ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੇ ਰਾਜਕਰਨਵੀਰ ਸਿੰਘ ਜੀ, ਸਭ ਤੋਂ ਪਹਿਲਾਂ ਤੇ ਅੱਜ ਅਮਰੀਕਾ ਦੇ ਵਿੱਚ ਜਿਹੜਾ ਖੂਨੀ ਕਹਿਰ ਵਰਤਿਆ ਜੀ, ਉਹਦੇ ਲਈ ਅਮਰੀਕਾ ਵਾਸੀਆਂ ਨਾਲ ਮੈਂ ਸੰਵੇਦਨਾ ਦਾ ਪ੍ਰਗਟਾਵਾ ਕਰਦਾ ਹੋਇਆ ਜੀ, ਉਹਨਾਂ ਦੇ ਦੁੱਖ 'ਚ ਸ਼ਰੀਕ ਹੋ ਕੇ ਦੁਆ ਕਰਦਾ ਕਿ ਜਿਨ੍ਹਾਂ ਦੇ ਪਿਆਰੇ ਚਲੇ ਗਏ ਆ ਉਹ ਇਸ ਅਸਹਿਤਕ ਪੀੜ ਨੂੰ ਜਰਨ ਲਈ ਬਲਸ਼ੀਲ ਹੋ ਜਾਣ ਤੇ ਜਿਹੜੇ ਜ਼ਖਮੀ ਆ ਉਹ ਜਲਦੀ ਸਿਹਤਯਾਬ ਹੋ ਕੇ ਆਪੋ ਆਪਣੀ ਜ਼ਿੰਦਗੀ ਨੂੰ ਦੁਬਾਰਾ ਤੋਰ ਲੈਣ। ਸੋ ਇਹ ਦੁਆ ਹੈ। ਬਹੁਤ ਗਮਗੀਨ ਖਬਰ ਆਈ ਹੈ ਤੁਹਾਡੇ ਅਮਰੀਕਾ ਤੋਂ। ਬਿਲਕੁਲ ਜੀ। ਤੇ ਮਿੰਟੂ ਜੀ, ਇਸੇ ਹੀ ਖਬਰ ਦੇ ਵਿੱਚ ਹੁਣੇ ਇੱਕ ਜਿਹੜੇ ਨਿਊਜ਼ ਡੇਲੀ ਮੇਲ ਵਾਲਿਆਂ ਨੇ ਇੱਕ ਨਵਾਂ ਖੁਲਾਸਾ ਉਸ ਦੇ ਵਿੱਚ ਕੀਤਾ ਆ ਵੀ ਉਹ ਕਹਿੰਦੇ ਵੀ ਆਈਸਿਸ ਦੇ ਨਾਲ ਜੁੜਿਆ ਸੀ, ਪਰ ਉੱਥੋਂ ਦੇ ਅਧਿਕਾਰੀ ਆ ਉਹ ਇਸ ਚੀਜ਼ ਦੀ ਪ੍ਰੋੜਤਾ ਨਹੀਂ ਕਰਦੇ। ਉਹ ਕਹਿੰਦੇ ਵੀ ਉਹ ਡਿਨਾਈ ਕਰ ਰਹੇ ਨੇ ਵੀ ਜਿਹੜਾ ਵੇਗਸ ਸ਼ੂਟਰ ਆ ਕਿਸੇ ਤਰੀਕੇ ਦੇ ਨਾਲ ਆਈਸਿਸ ਦੇ ਨਾਲ ਜੁੜਿਆ ਸੀ। ਸੋ ਅਜੇ ਵੀ ਇਸ ਚੀਜ਼ ਦੇ ਉੱਤੇ ਵੈਸੇ ਜਾਂਚ ਦਾ ਮਸਲਾ ਜਿਹੜਾ ਆ ਉਹ ਹੈਗਾ ਆ। ਸੋ ਕਿਉਂਕਿ ਇੰਨਾ ਕਹਿਰ ਜਿਹੜਾ ਇਸ ਬੰਦੇ ਨੇ ਵਰਾਇਆ ਆ, 58 ਲੋਕਾਂ ਦੀ ਜਾਨ ਲੈ ਲਈ ਆ, ਤੇ ਇਹ ਕਿਆਸ ਰਹੀਆਂ ਨੇ ਵੀ ਸ਼ਾਇਦ ਇਹ ਆંકੜਾ ਹੋਰ ਵੀ ਜ਼ਿਆਦਾ ਅੱਗੇ ਵੱਧ ਸਕਦਾ ਆ। 515 ਜਾਣੇ ਜਿਹੜੇ ਜ਼ਖਮੀ ਹੋਏ ਨੇ। 64 ਸਾਲਾ ਬੰਦੇ ਦੀ ਇਹ ਕਰਤੂਤ ਸੀ ਜਿਸ ਨੇ ਇਹ ਕੰਮ ਇਹ ਜਿਹੜਾ ਕੀਤਾ ਸੀ। ਤੇ ਦੱਸ ਹੀ ਰਹੇ ਸੀਗੇ ਅਸੀਂ ਆਪਾਂ ਇਸ ਤੋਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ, ਬਹੁਤ ਹੀ ਇੱਕ ਮਾੜਾ ਤੇ ਇੱਕ ਖੂਨੀ ਰਾਤ ਜਿਹੜੀ ਕੱਲ੍ਹ ਦੀ ਆ ਉਹ ਅਮਰੀਕਾ ਦੇ ਇਤਿਹਾਸ ਦੇ ਵਿੱਚ ਲਿਖੀ ਗਈ ਆ। ਤੇ ਆਪਾਂ ਹੁਣ ਮਿੰਟੂ ਜੀ ਆਪਾਂ ਆਪਣੀਆਂ ਅੱਜ ਦੀਆਂ ਖਬਰਾਂ ਦੇ ਵੱਲ ਜਿਹੜਾ ਉਹ ਵਧਾਂਗੇ। ਤੇ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਨੰਬਰ 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੁਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ, ਬਚਿੱਤਰ ਸਿੰਘ ਚਾਹਲ ਫਰੈਸਨੋ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 4087227698 ਦੇ ਉੱਤੇ। ਤੇ ਆਪਾਂ ਮਿੰਟੂ ਜੀ ਖਬਰਾਂ ਦੇ ਵੱਲ ਵਧੀਏ। 30 ਸਾਲ ਫੌਜ ਵਿੱਚ ਸੇਵਾਵਾਂ ਦੇਣ ਵਾਲੇ ਨੂੰ ਟ੍ਰਿਬਿਊਨਲ ਨੇ ਭੇਜਿਆ ਨਾਗਰਿਕ ਸਾਬਤ ਕਰਨ ਦਾ ਜਿਹੜਾ ਨੋਟਿਸ। ਬੜੀ ਅਜੀਬੋ-ਗਰੀਬ ਜੀ ਖਬਰ ਆ ਜੀ ਸਾਡੇ ਇੱਥੋਂ ਭਾਰਤ ਚੋਂ ਕਿ ਜਿਹੜਾ ਇਨਸਾਨ 30 ਸਾਲ ਫੌਜ ਦੀ ਨੌਕਰੀ ਕਰਕੇ ਆ ਗਿਆ ਤੇ ਬਹੁਤ ਵਧੀਆ ਰੈਂਕ ਤੋਂ ਰਿਟਾਇਰ ਹੋ ਕੇ ਆਇਆ, ਉਹਦੇ ਲਈ ਹੁਣ ਅਗਲੀ ਚੁਣੌਤੀ ਹੈ ਜਿਹੜੀ ਉਹ ਇਹ ਆ ਕਿ ਉਹਨੇ ਇਸ ਮੋਰਚੇ ਤੇ ਲੜਨਾ ਹੈ ਕਿ ਕੀ ਉਹ ਭਾਰਤ 'ਚ ਰਹਿਣ ਵਾਲਾ ਉਹਦਾ ਨਾਗਰਿਕ ਹੈ ਜਾਂ ਬਾਹਰੋਂ ਆਇਆ ਕੋਈ ਨਾਗਰਿਕ ਹੈ ਜੀ। ਸੋ ਇਹ ਮੇਰੇ ਖਿਆਲ ਦੇ ਨਾਲ ਦੂਸਰੇ ਮੋਰਚਿਆਂ ਦੇ ਮੁਕਾਬਲੇ ਬਹੁਤ ਕਠਿਨ ਲੜਾਈ ਹੈ ਇਸ ਮੋਰਚੇ ਦੀ ਕਿ ਕੋਈ ਬੰਦਾ ਸਾਰੀ ਜ਼ਿੰਦਗੀ ਆਪਣੇ ਦੇਸ਼ ਲਈ ਲਾ ਦੇਵੇ ਤੇ ਮੁੜ ਕੇ ਉਹਨੂੰ ਇਹ ਸਾਬਤ ਕਰਨਾ ਪਵੇ ਕਿ ਉਹ ਕਿਸੇ ਹੋਰ ਦੇਸ਼ ਦਾ ਨਹੀਂ, ਇਸੇ ਦੇਸ਼ ਦਾ ਇੱਕ ਬੰਦਾ ਹੈ, ਇਸੇ ਦੇਸ਼ ਦਾ ਇੱਕ ਵਸਿੰਦਾ ਹੈ। ਇਹ ਗੱਲਬਾਤ ਸਾਰੀ ਹੈ ਜਿਹੜੀ ਉਹ ਅਸਮ ਦੇ ਨਾਲ ਜੁੜੀ ਆ। ਉੱਥੇ ਇੱਕ ਮੁਹੰਮਦ ਅਜ਼ਮਲ ਹਕ ਨਾਂ ਦੇ ਫੌਜ ਕਰਮਚਾਰੀ ਜਿਹੜੇ ਰਿਟਾਇਰਡ ਹੋਏ ਆ 2016 'ਚ, ਉਹਨਾਂ ਨੂੰ ਇੱਕ ਸੰਮਨ ਮਿਲ ਗਿਆ ਟ੍ਰਿਬਿਊਨਲ ਵੱਲੋਂ। ਅਸਲ ਦੇ ਵਿੱਚ ਇਹ ਟ੍ਰਿਬਿਊਨਲ ਜਿਹੜੇ ਬਣੇ ਹੋਏ ਨਾ ਪੂਰਬੀ ਰਾਜਾਂ ਦੇ ਵਿੱਚ, ਉੱਤਰੀ ਪੂਰਬੀ ਰਾਜਾਂ ਦੇ ਵਿੱਚ, ਉਹ ਪੁਲਿਸ ਦੇ ਮੁਤਹਿਦ ਹੀ ਚੱਲਦੇ ਆ। ਸੋ ਕਹਿ ਸਕਦੇ ਹਾਂ ਕਿ ਅਸਮ ਪੁਲਿਸ ਦਾ ਹੀ ਇੱਕ ਟ੍ਰਿਬਿਊਨਲ ਸੀ ਜਿਹੜਾ ਇਹ ਜਾਂਚ ਪੜਤਾਲ ਕਰਦਾ ਹੈ ਕਿ ਕੀ ਕੋਈ ਮਾਈਗ੍ਰੇਟ ਹੋ ਕੇ ਜਾਂ ਇਲੀਗਲ ਢੰਗ ਦੇ ਨਾਲ ਇਸ ਖਿੱਤੇ ਦੇ ਵਿੱਚ ਤੇ ਨਹੀਂ ਆਇਆ, ਉਹ ਜਾਂਚ ਪੜਤਾਲ ਕਰਦਾ। ਸੋ ਉਹ ਸੰਮਨ ਇਹਨਾਂ ਨੂੰ ਆ ਗਿਆ। ਇਹਨਾਂ ਨੇ ਜਦੋਂ ਉਹ ਸੰਮਨ ਪੜ੍ਹਿਆ ਤੇ ਪੜ੍ਹ ਕੇ ਇਹਨਾਂ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਕਿ ਆ ਕੀ ਭਾਣਾ ਵਰਤ ਗਿਆ। ਹੁਣ ਉਹ ਥਾਂ ਤੇ ਇਸ ਗੱਲ ਦੀ ਦਵਾਈ ਦਿੰਦੇ ਪਏ ਆ ਕਿ ਮੈਂ ਤੇ ਫੌਜ ਦੇ ਬਹੁਤ ਵਧੀਆ ਰੈਂਕ ਤੋਂ ਰਿਟਾਇਰ ਹੋ ਕੇ ਆਇਆ, ਕਦੇ ਇਹੋ ਜਿਹੀ ਨੌਬਤ ਨਹੀਂ ਆਈ। ਹੁਣ ਕੀ ਹੋ ਗਿਆ, ਜਦੋਂ ਮੈਂ ਜ਼ਿੰਦਗੀ ਦੇ ਆਖਰੀ ਪੜਾਅ ਤੇ ਪਹੁੰਚਣ ਵਾਲਾ ਉਦੋਂ ਇਹਨਾਂ ਨੇ ਆਕਾਸ਼ ਚੋਂ ਮੂੰਗਲੀ ਕੱਢ ਕੇ ਮੇਰੇ ਸਾਹਮਣੇ ਮਾਰੀ ਆ ਕਿ ਤੂੰ ਆਪਣੀ ਨਾਗਰਿਕਤਾ ਸਿੱਧ ਕਰ। ਹੁਣ ਜੋ ਸੰਮਨ ਭੇਜਿਆ ਉਹਦੇ 'ਚ ਉਹਨਾਂ ਨੇ ਕਿਹਾ ਕਿ ਤੁਹਾਡਾ ਜਿਹੜਾ ਪਰਿਵਾਰ ਆ ਉਹ 1971 ਦੇ ਵਿੱਚ ਬੰਗਲਾਦੇਸ਼ ਤੋਂ ਮਾਈਗ੍ਰੇਟ ਹੋ ਕੇ ਇੱਥੇ ਆਇਆ ਸੀਗਾ, ਸਾਨੂੰ ਸਬੂਤ ਦਿਓ ਕਿ ਤੁਸੀਂ ਇੱਥੇ ਪਹਿਲਾਂ ਦੇ ਰਹਿਣ ਵਾਲੇ ਹੋ। ਪਰ ਜਿਸ ਟ੍ਰਿਬਿਊਨਲ ਨੇ ਉਹਨਾਂ ਨੂੰ ਇਹ ਨੋਟਿਸ ਭੇਜਿਆ, ਸੰਮਨ ਭੇਜਿਆ, ਉਹ ਟ੍ਰਿਬਿਊਨਲ ਸ਼ਾਇਦ ਗਹਿਰਾਈ ਤੱਕ ਨਹੀਂ ਗਿਆ। ਉਹਨਾਂ ਨੇ 1971 ਦੀ ਗੱਲ ਕੀਤੀ ਹੈ
ਜਦ ਕਿ ਜਿਹੜੇ ਇਹਨਾਂ ਦੇ ਪਿਤਾ ਸਨ ਮੁਬਾਰਕ ਅਲੀ, ਉਹਨਾਂ ਦੀ ਵੋਟ ਜਿਹੜੀ ਆ ਉਹ 1966 ਦੇ ਵਿੱਚ ਹੀ ਬਣ ਗਈ ਸੀ ਇਸ ਭਾਰਤ 'ਚ। 1966 ਦੇ ਵਿੱਚ ਉਹਨਾਂ ਦੀ ਵੋਟ ਬਣੀ ਹੋਈ ਸੀ, ਵੋਟਰ ਸੂਚੀ ਦੇ ਵਿੱਚ ਉਹਨਾਂ ਦਾ ਨਾਮ ਸੀ। ਤੇ ਕਮਾਲ ਦੀ ਗੱਲ ਆ ਕਿ ਜਿਹੜੀ ਉਹਨਾਂ ਦੀ ਅੰਮੀ ਹੈ ਉਹ 1956 ਤੋਂ ਹੀ ਇੰਡੀਆ ਦੇ ਰੈਜ਼ੀਡੈਂਟ ਦੇ ਤੌਰ ਤੇ ਇੱਥੇ ਰਜਿਸਟਰਡ ਹੈ ਜੀ। ਸੋ ਉਹ ਕਹਿੰਦੇ ਜੀ ਕਿ ਤੁਸੀਂ 1971 ਚ ਆਏ ਹੋ, ਜਦਕਿ ਉਹਨਾਂ ਦੀ ਅੰਮੀ ਜਾਨ ਦਾ ਨਾਂ 1956 ਵਾਲੀ ਇੱਕ ਸਟੱਡੀ ਸੀ, ਸ਼ਾਇਦ ਮੇਰੇ ਖਿਆਲ ਦੇ ਨਾਲ ਉਦੋਂ ਇਸ ਤਰ੍ਹਾਂ ਦੀਆਂ ਚੱਲਦੀਆਂ ਸਨ, ਤਾਂ ਉਦੋਂ ਇੱਕ ਸਟੱਡੀ ਦੇ ਵਿੱਚ ਉਹਨਾਂ ਦਾ ਨਾਂ ਬਤੌਰ ਦੇਸ਼ ਦੇ ਨਾਗਰਿਕ ਦੇ ਤੌਰ ਤੇ ਦਰਜ ਸੀਗਾ। ਔਰ ਬਾਅਦ ਦੇ ਵਿੱਚ 1966 ਚ ਇਹਨਾਂ ਦੇ ਅੱਬਾ ਜਾਨ ਦੀ ਵੀ ਵੋਟ ਜਿਹੜੀ ਆ ਵੋਟਰ ਸੂਚੀ ਦੇ ਵਿੱਚ ਸੀ, ਜਦਕਿ ਉਹ 71 ਤੋਂ ਕਹਾਣੀ ਸ਼ੁਰੂ ਕਰਦੇ ਪਏ ਆ ਕਿ ਤੁਸੀਂ 71 ਚ ਇੱਥੋਂ ਉੱਠ ਕੇ ਬੰਗਲਾਦੇਸ਼ ਤੋਂ ਇੱਥੇ ਭਾਰਤ ਚ ਆ ਕੇ ਵਸੇ ਸੀਗੇ। ਬੜੀ ਜਟਿਲ ਜੀ ਸਮੱਸਿਆ ਆ ਗਈ ਉਹਨਾਂ ਦੇ ਸਾਹਮਣੇ। ਵੈਸੇ ਸਾਡੇ ਇੱਥੇ ਭਾਰਤ ਦੇ ਵਿੱਚ ਇੱਕ ਅੱਧੇ ਨਹੀਂ, ਕਈ ਬੰਦਿਆਂ ਦੇ ਸਾਹਮਣੇ ਇਸ ਤਰ੍ਹਾਂ ਦੀਆਂ ਚੁਣੌਤੀਆਂ ਆ ਜਾਂਦੀਆਂ। ਸਾਡੇ ਤੇ ਕਈ ਇੱਥੇ ਮੁਰਦੇ ਤੁਰੇ ਫਿਰਦੇ ਵਿਚਾਰੇ, ਜਾ ਕੇ ਦਫ਼ਤਰਾਂ ਚ ਕਹਿੰਦੇ ਆ ਕਿ ਮੈਂ ਜਿੰਦਾ, ਜੋ ਕਹਿੰਦੇ ਇੱਕ ਪਾਸੇ ਹਟ ਜਾ, ਤੇਰੇ ਵਰਗੇ 5-7 ਮੁਰਦੇ ਅੱਗੇ ਆ ਕੇ ਗਏ ਆ, ਤੁਸੀਂ ਮੁਰਦੇ ਹੋ ਗਏ ਜਾਂ ਜਿੱਦਾਂ ਹੋ ਗਏ ਸਾਨੂੰ ਨਹੀਂ ਪਤਾ, ਸਾਡੇ ਕਾਗਜ਼ ਬੋਲਦੇ ਕਿ ਤੁਸੀਂ ਮੁਰਦੇ ਹੋ। ਸੋ ਇੱਥੇ ਇਹੋ ਜਿਹੇ ਕੰਮ ਬਣੇ ਪਏ ਆ। ਤੁਹਾਨੂੰ ਯਾਦ ਹੋਣਾ ਇੱਕ ਕਿੱਸਾ, ਐਤਕੀ ਜਦੋਂ ਯੂਪੀ ਦੇ ਵਿੱਚ ਇਲੈਕਸ਼ਨ ਹੋਇਆ, ਉੱਥੇ ਇੱਕ ਮੁਰਦੇ ਨੇ ਕਾਗਜ਼ ਭਰ ਦਿੱਤੇ ਸਨ ਵਾਰਾਣਸੀ ਤੋਂ। ਵਾਰਾਣਸੀ ਤੋਂ ਮੁਰਦੇ ਨੇ ਕਾਗਜ਼ ਭਰ ਦਿੱਤੇ, ਉਹਦਾ ਨਾਂ ਸੀ ਮੂਰਤ ਸਿੰਘ। ਲੋਕੀ ਕਹਿੰਦੇ ਸਨ ਕਿ ਮੂਰਤ ਸਿੰਘ ਮੂਰਤੀ ਚ ਪ੍ਰਗਟ ਹੋ ਕੇ ਸਾਖਸ਼ਾਤ ਇਨਸਾਨ ਦੇ ਤੌਰ ਤੇ ਚੋਣ ਲੜਦਾ ਪਿਆ, ਕਿਉਂਕਿ ਪਹਿਲਾਂ ਤੇ ਮਰ ਚੁੱਕਾ ਸੀ ਤੇ ਮਰੇ ਬੰਦੇ ਦੀ ਆਪਾਂ ਮੂਰਤ ਕੰਧ ਤੇ ਟੰਗ ਦਿੰਦੇ ਨਾ। ਉਹ ਕਹਿੰਦੇ ਸੀ ਕਿ ਇਹ ਮੂਰਤ ਚੋਂ ਨਿਕਲਿਆ ਮੂਰਤ ਸਿੰਘ ਦੁਬਾਰਾ ਚੋਣ ਲੜ ਰਿਹਾ। ਅਸਲ ਦੇ ਵਿੱਚ ਉਹ ਕਾਗਜ਼ੀ ਮੁਰਦਾ ਸੀ, ਨਾ ਕਿ ਸਰੀਰਕ ਮੁਰਦਾ ਸੀਗਾ। ਉਸ ਬੰਦੇ ਦੀ ਕਹਾਣੀ ਇਹ ਸੀਗੀ ਕਿ ਉਹਨੂੰ ਫਿਲਮਾਂ ਦੀ ਥੋੜੀ ਜਿਹੀ ਲੱਤ ਲੱਗੀ ਸੀਗੀ। ਉਹਨੂੰ ਆਪਣੇ ਆਪ ਨੂੰ ਲੱਗਿਆ ਕਿ ਮੈਂ ਉੱਥੇ ਗੋਵਿੰਦੇ ਦੀ ਥਾਂ ਲੈ ਸਕਦਾ, ਕਿਉਂਕਿ ਗੋਵਿੰਦਾ ਅੱਜ ਕੱਲ੍ਹ ਵਿਹਲਾ ਹੀ ਤੁਰਿਆ ਫਿਰਦਾ। ਉੱਥੇ ਚਲੇ ਗਿਆ। ਜਦੋਂ ਗੱਲ ਨਾ ਬਣੀ ਤੇ ਵਾਪਸ ਪਿੰਡ ਪਰਤਿਆ ਤੇ ਉਦੋਂ ਨੂੰ ਤੇ ਮਰ ਚੁੱਕਾ ਸੀ ਕਾਗਜ਼ਾਂ ਦੇ ਵਿੱਚ। ਉਹਦੇ ਸ਼ਰੀਕੇ ਵਾਲਿਆਂ ਨੇ, ਕੋੜਵੇਂ ਵਾਲਿਆਂ ਨੇ ਕੀਤਾ ਕਿ ਪਟਵਾਰੀ ਦੇ ਨਾਲ ਮਿਲ ਕੇ ਉਹਨੂੰ ਮੁਰਦਾ ਕਰਾਰ ਦੇ ਕੇ ਜਿਹੜੀ 22 ਵਿਗੇ ਜ਼ਮੀਨ ਸੀ ਉਹ ਆਪਦੇ ਨਾਲ ਕਰਾ ਲਈ। ਉਹ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ, ਤੀਜੇ ਦਫ਼ਤਰ, ਚੌਥੇ ਦਫ਼ਤਰ ਧੱਕੇ ਖਾਂਦਾ ਰਿਹਾ, ਕਿਸੇ ਨੇ ਮੰਨਿਆ ਹੀ ਨਹੀਂ ਕਿ ਜਿੰਦਾ। ਤੇ ਅਖੀਰ ਉਹਨੇ ਪਰਚਾ ਭਰ ਦਿੱਤਾ ਵਾਰਾਣਸੀ ਤੋਂ ਕਿ ਮੈਂ ਇਲੈਕਸ਼ਨ ਲੜੂੰਗਾ, ਤੇ ਉਹਦੀ ਚੋਣ ਕੰਪੇਨ ਦਾ ਥੀਮ ਸੀਗਾ ਕਿ ਮੈਂ ਅਭੀ ਜ਼ਿੰਦਾ ਹੂੰ ਯਾਰੋ। ਸੋ ਉਹਨੇ ਇਸ ਮੁੱਦੇ ਤੇ ਚੋਣ ਲੜੀ ਕਿ ਮੈਂ ਜ਼ਿੰਦਾ, ਯਾਨੀ ਆਪਣੇ ਆਪ ਨੂੰ ਜ਼ਿੰਦਾ ਸਾਬਤ ਕਰ ਲਈ, ਉਹਦੀ ਚੋਣ ਲੜਨੀ ਪਈ। ਅਜਮਲ ਸਾਹਿਬ ਹੁਣ ਪਤਾ ਨਹੀਂ ਆਪਣੇ ਆਪ ਨੂੰ ਜ਼ਿੰਦਾ ਸਾਬਤ ਕਰਨ ਲਈ ਜਾਂ ਆਪਣੇ ਆਪ ਨੂੰ ਇਸ ਦੇਸ਼ ਦਾ ਨਾਗਰਿਕ ਸਾਬਤ ਕਰਨ ਲਈ ਕਿੱਥੋਂ ਤੱਕ ਜਾਣਗੇ। ਸੋ ਅਜਬ ਜੀ ਇੱਥੋਂ ਦੀ ਦਾਸਤਾਨ ਆ। ਉਹ ਇੱਕ ਚੁਟਕਲਾ ਜਿਹਾ ਤੁਰਿਆ ਫਿਰਦਾ ਹੁੰਦਾ ਸੋਸ਼ਲ ਮੀਡੀਆ ਤੇ ਕਿ ਇੱਕ ਵਾਰੀ ਉੱਲੂ ਰਾਜਾ ਬਣ ਗਿਆ ਜੰਗਲ ਦਾ, ਤੇ ਉਹਨੇ ਸਾਰੀਆਂ ਗਾਵਾਂ ਤੇ ਪਾਬੰਦੀ ਲਾਤੀ ਕਿ ਜਿੱਥੇ ਵੀ ਗਾਂ ਮਿਲੇ ਤੇ ਝਟਕਾ ਦਿਓ। ਤੇ ਗਾਵਾਂ ਭੱਜੀਆਂ ਜਾਂਦੀਆਂ ਸੀ ਕਿ ਨਿਕਲ ਚਲੋ, ਉੱਲੂ ਰਾਜਾ ਬਣ ਗਿਆ, ਮਾਰ ਘੱਤੂਗਾ। ਵਿੱਚ ਇੱਕ ਮੱਝ ਵੀ ਭੱਜੀ ਜਾਂਦੀ ਸੀ। ਰਾਹ ਚ ਗਿੱਦੜ ਨੇ ਰੋਕ ਕੇ ਪੁੱਛਿਆ ਕਿ ਭੈਣੇ ਤੂੰ ਕਿੱਧਰ ਨੂੰ? ਉਹ ਕਹਿੰਦੀ ਕਿ ਤੈਨੂੰ ਨੀ ਪਤਾ ਗਾਵਾਂ ਤੇ ਪਾਬੰਦੀ ਲੱਗ ਗਈ ਹੈ ਜੰਗਲ ਚ। ਤੇ ਉਹਨੇ ਆਖਿਆ ਤੂੰ ਤੇ ਗਾਂ ਹੈ ਨੀ ਨਾ। ਉਹਨੇ ਆਖਿਆ ਜਦੋਂ ਉੱਲੂਆਂ ਦਾ ਰਾਜ ਹੋਵੇ ਉੱਥੇ ਮੈਨੂੰ ਉਦੋਂ ਗਾਂ, ਉੱਥੋਂ ਖੁਦ ਗਾਵਾਂ ਦੇ ਵਿੱਚ ਮੱਝ ਸਾਬਤ ਕਰਨ ਲਈ ਵੀ ਮੈਨੂੰ ਬਹੁਤ ਸਮਾਂ ਲੱਗ ਜਾਣਾ। ਸੋ ਇਹਦੇ ਨਾਲ ਚੰਗਾ ਜਾਨ ਬਚਾ ਕੇ ਦੌੜ ਜਾਓ। ਇੱਥੇ ਉਹ ਹਾਲ ਬਣਿਆ ਪਿਆ। ਬਹੁਤ ਅਜੀਬੋ-ਗਰੀਬੀ ਸਥਿਤੀ ਹੈ। ਇਸ ਖਬਰ ਤੇ ਭਾਰਤੀ ਮੀਡੀਆ ਦੇ ਬਹੁਤ ਸਾਰੇ ਜਿਹੜੇ ਸੰਚਾਲਕ ਨੇ ਮੀਡੀਆਦਾਰਾਂ ਦੇ, ਉਹ ਵੀ ਹੈਰਾਨ ਆ ਕਿ ਆਖਰ ਇਹ ਕਿੱਦਾਂ ਹੋ ਸਕਦਾ ਕਿ ਜਿਹੜਾ ਬੰਦਾ ਇੰਨੀ ਵੱਡੀ ਸਰਵਿਸ ਕਰਕੇ ਆਇਆ ਹੋਵੇ ਫੌਜ ਚੋਂ, ਤੇ ਬਾਅਦ ਚ ਉਹਨੂੰ ਇਹ ਇਮਤਿਹਾਨ ਦੇਣਾ ਪਵੇ ਕਿ ਉਹ ਵਾਕਈ ਇਸ ਦੇਸ਼ ਦਾ ਨਾਗਰਿਕ ਹੈ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰ ਲਈਏ, ਫਿਲਮ ਚੱਲਣ ਤੋਂ ਪਹਿਲਾਂ ਕੌਮੀ ਤਰਾਨੇ ਤੇ ਖੜਾ ਨਾ ਹੋਣ ਤੇ ਸਮਾਜ ਸੇਵੀ ਨੂੰ ਕੀਤਾ ਜਲੀਲ। ਦੇਖੋ ਇਹ ਜਿਹੜਾ ਕੰਮ ਚੱਲਿਆ ਸੀ ਤੁਹਾਨੂੰ ਪਤਾ ਹੀ ਆ, ਨਵੰਬਰ ਦੇ ਵਿੱਚ ਪਿਛਲੇ ਸਾਲ ਸੁਪਰੀਮ ਕੋਰਟ ਨੇ ਹੁਕਮ ਕਰ ਦਿੱਤੇ ਸਨ ਕਿ ਜਦੋਂ ਫਿਲਮ ਚੱਲੂਗੀ ਤੇ ਫਿਲਮ ਚੱਲਣ ਤੋਂ ਪਹਿਲਾਂ ਤੁਹਾਨੂੰ ਕੌਮੀ ਤਰਾਨਾ ਸੁਣਨਾ ਪਊ, ਕੌਮੀ ਤਰਾਨੇ ਦੇ ਸਤਿਕਾਰ ਵਜੋਂ ਤੁਹਾਨੂੰ ਖੜਨਾ ਵੀ ਪਊ ਜੀ। ਉਦੋਂ ਵੀ ਬਹੁਤ ਸਾਰੇ ਲੋਕਾਂ ਨੇ ਵਿਰੋਧ ਕੀਤਾ ਸੀ। ਜਿਹੜੇ ਸਾਡੇ ਹੈਗੇ ਆ ਨਾ, ਸਾਡੇ ਮਤਲਬ ਕਿ ਲਗਾਤਾਰ ਸੁਣਨ ਵਾਲੇ ਸਰੋਤੇ, ਉਹਨਾਂ ਨੂੰ ਪਤਾ ਹੋਊਗਾ ਕਿ ਆਪਾਂ ਵੀ ਉਦੋਂ ਇਹੋ ਹੀ ਸਵਾਲ ਖੜਾ ਕੀਤਾ ਸੀਗਾ ਕਿ ਜਿਸ ਬੰਦੇ ਤੋਂ ਖੜਾ ਹੀ ਨਹੀਂ ਹੋਇਆ ਜਾਂਦਾ ਉਹਦੇ ਬਾਰੇ ਕੀ ਅੱਗੇ ਕਰਨਗੇ ਫੈਸਲਾ। ਬਾਅਦ ਦੇ ਵਿੱਚ ਫੈਸਲਾ ਇਹ ਹੋਇਆ ਸੀਗਾ ਕਿ ਜਿਹੜੇ ਅੰਗਹੀਣ ਵਿਅਕਤੀ, ਕਿਉਂਕਿ ਸੁਪਰੀਮ ਕੋਰਟ ਨੇ ਪਹਿਲੇ ਹੁਕਮ ਤੇ ਕੁਛ ਨਹੀਂ ਕਿਹਾ, ਬਾਅਦ ਦੇ ਵਿੱਚ ਸੋਧ ਕੇ ਹੁਕਮ ਲਾਗੂ ਕੀਤੇ ਸਨ
ਕਿ ਜੇ ਕੋਈ ਅੰਗਹੀਣ ਆ ਜਾਂ ਉਹ ਉੱਠਣ ਦੀ ਸਮਰੱਥਾ ਨਹੀਂ ਰੱਖਦਾ ਤੇ ਉਹ ਬੈਠਾ ਹੀ ਇਸ ਕੌਮੀ ਤਰਾਨੇ ਨੂੰ ਸਤਿਕਾਰ ਦੇ ਸਕਦਾ। ਪਰ ਏਦਾਂ ਹੋਇਆ ਨਹੀਂ। ਇੱਥੇ ਭਾਰਤ ਦੇ ਵਿੱਚ ਤੁਹਾਨੂੰ ਪਤਾ ਕਿ ਬੇਵਕੂਫ ਕਿਸਮ ਦੇ ਲੋਕ ਆ ਜਿਹੜੇ ਉਹ ਥਾਂ ਥਾਂ ਨਗਰ ਨਗਰ ਮਿਲ ਜਾਂਦੇ ਆ। ਇਹ ਜਿਹੜੀ ਘਟਨਾ ਵਾਪਰੀ ਆ ਇਹ ਗੁਹਾਟੀ 'ਚ ਵਾਪਰੀ ਆ। ਉੱਥੋਂ ਦਾ ਰਹਿਣ ਵਾਲਾ ਇੱਕ ਸ਼ਖਸ ਜਿਹਦਾ ਨਾਂ ਅਰਮਾਨ ਅਲੀ ਆ, ਉਹ ਬੜੇ ਅਰਮਾਨ ਲੈ ਕੇ ਫਿਲਮ ਵੇਖਣ ਗਿਆ। ਫਿਲਮ ਵੇਖਣ ਚਲੇ ਗਿਆ ਤੇ ਕੌਮੀ ਤਰਾਨਾ ਸ਼ੁਰੂ ਹੋਇਆ। ਉਹਦੇ ਤੋਂ ਖੜਾ ਨਹੀਂ ਸੀ ਹੋਇਆ ਜਾਂਦਾ, ਵੀਲ ਚੇਅਰ ਤੇ ਬੈਠਾ ਸੀਗਾ। ਵੀਲ ਚੇਅਰ ਤੇ ਬੈਠਾ ਸੀਗਾ। ਜਦੋਂ ਦੂਸਰੇ ਖੜੇ ਹੋ ਗਏ ਤੇ ਦੂਜਿਆਂ ਨੇ ਉਹਦੇ ਵੱਲ ਏਦਾਂ ਵੇਖਣਾ ਸ਼ੁਰੂ ਕਰ ਦਿੱਤਾ ਜਿੱਦਾਂ ਕਸਾਈ ਬੱਕਰੇ ਵੱਲ ਵੇਖਣਾ ਸ਼ੁਰੂ ਕਰ ਦਿੰਦਾ। ਉਹਨੇ ਪਿੱਛੇ ਭੌਂਕ ਕੇ ਵੇਖਿਆ ਤੇ ਉਹਨੂੰ ਫਪਤੀਆਂ ਕੱਸਣ ਲੱਗ ਪਏ। ਕੋਈ ਉਹਨੂੰ ਪਾਕਿਸਤਾਨੀ ਕਹਿਣ ਲੱਗ ਪਿਆ, ਕੋਈ ਕੁਛ ਕੋਈ ਕੁਛ ਕੋਈ ਕੁਛ। ਕਿਸੇ ਨੇ ਆ ਕੇ ਇਹ ਨਹੀਂ ਪੁੱਛਿਆ ਕਿ ਹਾਂ ਭਾਈ ਸਾਹਿਬ ਤੂੰ ਖੜਾ ਕਿਉਂ ਨਹੀਂ ਹੋਇਆ। ਤੇ ਇੱਕ ਦੋ ਨੇ ਆ ਕੇ ਉਹਦੇ ਨਾਲ ਧੱਕਾ ਮੁੱਕੀ ਵੀ ਕਰ ਦਿੱਤੀ। ਹਾਲਾਂਕਿ ਉਹ ਸ਼ਖਸ ਹੈ ਜਿਹੜਾ ਬੇਸ਼ੱਕ ਅੰਗਹੀਣ ਆ, ਹੈਂਡੀਕੈਪਡ ਹੈ, ਪਰ ਬਾਵਜੂਦ ਇਸ ਦੇ ਉਹ ਇੱਕ ਗੈਰ ਸਰਕਾਰੀ ਸੰਸਥਾ ਚਲਾਉਂਦਾ ਜਿਹਦਾ ਨਾਂ ਸ਼ਿਸ਼ੂ ਸਰੋਤੀ। ਔਰ ਇਸ ਸਮਾਜ ਸੇਵੀ ਸੰਗਠਨ ਦਾ ਇੱਕੋ ਇੱਕ ਮੰਤਵ ਹੈ ਕਿ ਜਿਹੜੇ ਅੰਗਹੀਣ ਲੋਕ ਆ ਉਹਨਾਂ ਨੂੰ ਅੱਗੇ ਲੈ ਜਾਣਾ, ਉਹਨਾਂ ਦਾ ਮੁਰਾਲ ਹੈ ਜਿਹੜਾ ਉਹਨੂੰ ਚੁੱਕਣਾ, ਉੱਚਾ ਚੁੱਕਣਾ। ਸੋ ਇਹੋ ਜਿਹੇ ਸ਼ਖਸ ਨੂੰ ਉੱਥੇ ਬਹੁਤ ਜ਼ਲੀਲਤਾ ਦਿੱਤੀ ਗਈ। ਉਹ ਤਾਂ ਕਹਿੰਦਾ ਕਿ ਧੱਕਾ ਮੁੱਕੀ ਵੀ ਮੇਰੇ ਨਾਲ ਕੀਤੀ ਗਈ ਆ। ਹੁਣ ਪੁਲਿਸ ਕੋਲੇ ਗਿਆ, ਪੁਲਿਸ ਨੇ ਇਸ ਮਾਮਲੇ 'ਚ ਦਖਲ ਨਹੀਂ ਦਿੱਤਾ। ਹਾਰ ਕੇ ਹੁਣ ਉਹ ਤਿਆਰੀ ਕਰਨ ਡਿਆ ਕਿ ਮੈਂ ਚੀਫ ਜਸਟਿਸ ਆਫ ਇੰਡੀਆ ਨੂੰ ਇੱਕ ਚਿੱਠੀ ਲਿਖੂੰਗਾ ਕਿ ਤੁਸੀਂ ਅੰਗਹੀਣ ਬੰਦਿਆਂ ਬਾਰੇ ਨਹੀਂ ਸੋਚਿਆ। ਜੇ ਤੁਸੀਂ ਸੋਚਿਆ ਤੇ ਹੁਕਮ ਲਾਗੂ ਕੀਤੇ ਆ ਕਿ ਤੁਹਾਡੇ ਹੁਕਮਾਂ ਨੂੰ ਤੁਹਾਡੇ ਇਹ ਲੋਕ ਨਹੀਂ ਮੰਨਦੇ। ਔਰ ਉਹਨੇ ਤੇ ਇੱਥੋਂ ਤੱਕ ਉਹਨੇ ਕਿਹਾ ਕੈਸਾ ਗਜ਼ਬ ਦਾ ਸਮਾਂ ਆ ਗਿਆ। ਅਸੀਂ ਜਿਸ ਦੇਸ਼ ਲਈ ਇਹ ਲੜਾਈਆਂ ਲੜਦੇ ਪਏ ਆ, ਸਾਡੇ ਜਿਹੜੇ ਅੰਗਹੀਣ ਸਾਥੀ ਆ, ਅਸੀਂ ਉਹਨਾਂ ਦੀ ਜ਼ਿੰਦਗੀ ਸੁਧਾਰਨ ਲਈ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਰੋਲੀ ਜਾਂਦੇ ਆ। ਸਾਨੂੰ ਇਹ ਸਿਲਾ ਮਿਲਦਾ। ਬਹੁਤ ਭਾਵੁਕ ਹੋ ਕੇ ਉਸ ਬੰਦੇ ਨੇ ਕਿਹਾ ਕਿ ਦੇਸ਼ ਜਾ ਕਿੱਧਰ ਨੂੰ ਰਿਹਾ। ਮੇਰੇ ਖਿਆਲ ਦੇ ਨਾਲ ਇਹ ਸਵਾਲ ਇਕੱਲੇ ਉਸ ਅਰਮਾਨ ਅਲੀ ਦਾ ਨਹੀਂ, ਇਹ ਕਈਆਂ ਦਾ ਸਵਾਲ ਆ ਕਿ ਇਹ ਮੁਲਕ ਇਸ ਸਮੇਂ ਜਾ ਕਿੱਧਰ ਨੂੰ ਰਿਹਾ। ਇਹ ਨਹੀਂ ਹੋਣਾ ਚਾਹੀਦਾ ਪਰ ਇਹ ਹੋ ਰਿਹਾ। ਕੌਮੀ ਤਰਾਨੇ ਨੂੰ ਸਤਿਕਾਰ ਦੇਣਾ ਜਾਂ ਨਾ ਦੇਣਾ ਇਹ ਤਾਂ ਵਿਸ਼ਾ ਵਾਦ ਅਪਵਾਦ ਦਾ ਹੈ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਜੋ ਇਹ ਫਿਲਮ ਦੇ ਵਿੱਚ ਸ਼ੁਰੂਆਤ ਦੇ ਅੰਦਰ ਇਹ ਗੀਤ ਚੱਲਦਾ ਹੈ, ਇਹਨੇ ਬਹੁਤ ਸਾਰੇ ਪੁਆੜੇ ਅੱਗੇ ਪਾਤੇ ਆ। ਇਸੇ ਤਰ੍ਹਾਂ ਚੇਨਈ ਦੇ ਵਿੱਚ ਹੋਇਆ ਸੀਗਾ। ਉਦੋਂ ਵੀ ਇੱਕ ਸ਼ਖਸ ਹੈਂਡੀਕੈਪ ਸੀਗਾ। ਜਦੋਂ ਸ਼ੁਰੂ ਦੇ ਵਿੱਚ ਚੱਲਿਆ ਇਹ ਕੌਮੀ ਤਰਾਨੇ ਦੇ ਚੱਲਣਸਾਰ ਖੜਨ ਵਾਲਾ ਜਿਹੜਾ ਇਹ ਹੁਕਮ ਲਾਗੂ ਹੋਇਆ, ਅਮਲ 'ਚ ਆਇਆ, ਤਾਂ ਉਦੋਂ ਵੀ ਚੇਨਈ ਦੇ ਵਿੱਚੋਂ ਇਹੋ ਹੀ ਖਬਰ ਆ ਗਈ ਸੀ ਕਿ ਇੱਕ ਬੰਦਾ ਜਿਹੜਾ ਉੱਠਣ ਦੇ ਸਮਰੱਥ ਨਹੀਂ ਹੈ, ਉਹਨੂੰ ਉੱਥੇ ਬੁਰੀ ਤਰ੍ਹਾਂ ਕੁੱਟਿਆ ਗਿਆ। ਔਰ ਕੁੱਟਣ ਵਾਲੇ ਇਹੋ ਗੱਲ ਕਹਿੰਦੇ ਸਨ ਕਿ ਤੂੰ ਕੌਮੀ ਤਰਾਨੇ ਦਾ ਨਿਰਾਦਰ ਕੀਤਾ, ਜਦ ਕਿ ਕਿਸੇ ਨੇ ਉਹਦੀ ਅਸਮਰੱਥਾ ਵੱਲ ਵੇਖਿਆ ਹੀ ਨਹੀਂ, ਕਿਸੇ ਨੇ ਉਹਦੀ ਮਜਬੂਰੀ ਵੱਲ ਵੇਖਿਆ ਹੀ ਨਹੀਂ। ਇਹ ਜਿਹੜਾ ਚੱਲਣ ਚੱਲਦਾ ਪਿਆ, ਇਹਨੂੰ ਰੋਕਣਾ ਚਾਹੀਦਾ, ਟੋਕਣਾ ਚਾਹੀਦਾ। ਦੇਖੋ ਜੇ ਇਹ ਕੌਮੀ ਤਰਾਨੇ ਦਾ ਸਤਿਕਾਰ ਆ ਕਿ ਤੁਸੀਂ ਖੜ ਕੇ, ਠੀਕ ਆ, ਜੋ ਹਾਈ ਕੋਰਟ ਦਾ ਹੁਕਮ ਹੈ ਉਹਦੇ ਮੁਤਾਬਕ ਤੁਸੀਂ ਖੜ ਕੇ ਉਹਨੂੰ ਨਾਲ ਗੁਣ ਬਣਾਉਂਦੇ ਜਾਂ ਸਤਿਕਾਰ ਦਿੰਦੇ, ਠੀਕ, ਤੁਹਾਡਾ ਸਤਿਕਾਰ ਆ। ਇਹ ਹੈਗਾ ਤਾਂ ਦੇਸ਼ ਦੇ ਏਕੇ ਲਈ ਸੀ, ਪਰ ਉਹ ਉਲਟ ਰਿਹਾ ਕਿ ਇੱਥੇ ਤੇ ਦੇਸ਼ ਦਾ ਏਕਾ ਟੁੱਟਦਾ ਪਿਆ। ਹੁਣ ਜਿਹੜਾ ਕੁੱਟ ਖਾਣ ਵਾਲਾ ਉਹ ਮੁਸਲਮਾਨ ਆ, ਜਿਹੜਾ ਕੁੱਟਣ ਵਾਲਾ ਕਿਸੇ ਹੋਰ ਧਰਮ ਦਾ ਹੋਊਗਾ। ਮਤਲਬ ਕਿ ਜਿਹੜਾ ਕੰਮ ਏਕਤਾ ਲਈ ਕੀਤਾ ਗਿਆ ਸੀਗਾ ਕਿ ਸਾਰੇ ਇੱਕੋ ਥੀਏਟਰ ਦੇ ਵਿੱਚ ਜਦੋਂ ਫਿਲਮ ਵੇਖਦੇ ਆ ਇੱਕ ਬਰਾਬਰ ਹੀ ਬੈਠੇ ਹੁੰਦੇ ਆ ਤੇ ਕੌਮੀ ਤਰਾਨੇ ਵੇਲੇ ਸਾਰੇ ਸਤਿਕਾਰ ਵਜੋਂ ਖੜੇ ਹੋ ਜਾਣ, ਪਰ ਜਿਹੜੇ ਲੋਕ ਖੜੇ ਨਹੀਂ ਹੋ ਰਹੇ ਉਹਨਾਂ ਨੂੰ ਇਹ ਪੁੱਛਿਆ ਨਹੀਂ ਜਾ ਰਿਹਾ, ਬਲਕਿ ਉਹਨਾਂ ਨੂੰ ਕੁੱਟਿਆ ਜਾ ਰਿਹਾ। ਸੋ ਮਤਲਬ ਕਿ ਜਿਹੜਾ ਕੰਮ ਜੋੜਨ ਦਾ ਸੀ ਉਹੀ ਹੁਣ ਕੰਮ ਤੋੜਦਾ ਪਿਆ। ਉਸ ਜੋੜ ਤੋੜ ਦੇ ਖੇਡ ਦੇ ਵਿੱਚੋਂ ਇਹ ਚੀਜ਼ ਕਿੱਦਾਂ ਯਕੀਨੀ ਬਣਾਈ ਜਾਵੇ ਕਿ ਜੋ ਲੋਕ ਉੱਠ ਕੇ ਖੜਾ ਹੋਣ ਤੋਂ ਅਸਮਰੱਥ ਨੇ, ਉਹਨਾਂ ਲਈ ਇਹੋ ਜਿਹਾ ਮਾਹੌਲ ਕਿੱਦਾਂ ਬਣਾਇਆ ਜਾਵੇ। ਕੋਈ ਉੱਠ ਕੇ ਉਹਨਾਂ ਦੇ ਧੌਣ 'ਚ ਨਹੀਂ ਮਾਰੂਗਾ, ਕੋਈ ਡੰਡਾ ਕੱਢ ਕੇ ਉਹਨਾਂ ਦੀਆਂ ਮੋਹਰਾਂ 'ਚ ਨਹੀਂ ਮਾਰੂਗਾ। ਸੋ ਇਹ ਮੇਰੇ ਖਿਆਲ ਦੇ ਨਾਲ ਕਿਸੇ ਨਾ ਕਿਸੇ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਜ਼ਰੂਰਤ ਆ, ਜੋ ਇਹ ਵੇਖੇ ਕਿ ਕੌਣ ਬੰਦਾ ਉੱਠ ਸਕਦਾ, ਕੌਣ ਬੰਦਾ ਉੱਠਣ ਦੇ ਕਾਬਿਲ ਨਹੀਂ ਹੈ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਜਿਹੜੀ CBI ਆ ਵੀ ਜੂਝਣ ਲੱਗੀ ਆਪਣੀ ਨਫਰੀ ਦੀ ਕਮੀ ਨਾਲ। ਅਹੁਦੇ ਖਾਲੀ ਹੋਣ ਕਰਕੇ ਜਿਹੜੀਆਂ ਪੜਤਾਲਾਂ ਚੱਲ ਰਹੀਆਂ ਉਹ ਪ੍ਰਭਾਵਿਤ ਹੋ ਰਹੀਆਂ ਨੇ। ਦੇਖੋ ਵਾਕਈ ਇਹ ਇਸ ਸਮੇਂ ਜਿਹੜੀ CBI ਦੀ ਹਾਲਤ ਆ
ਉਹ ਤੇ CBI ਵਾਲਿਆਂ ਤੇ ਤਰਸ ਕਰਨ ਵਾਲੀ ਹੈ। ਕਿਉਂਕਿ ਦੇਖੋ ਇਹਨਾਂ ਦੇ ਜਿਹੜੇ 11 ਜੁਆਇੰਟ ਡਾਇਰੈਕਟਰ ਆ ਨਾ, ਉਹਨਾਂ ਦੇ ਵਿੱਚ 10 ਪੋਸਟਾਂ ਖਾਲੀ ਹੈ ਇਹਨਾਂ ਦੀਆਂ ਜੀ। ਯਾਨੀ ਇਹਨਾਂ ਦੇ ਜਿਹੜੇ ਸਿਖਰਲੇ ਅਹੁਦੇ, 2-3 ਸਿਖਰਲੇ ਅਹੁਦੇ ਹੁੰਦੇ ਇਹਨਾਂ ਦੇ, ਡਾਇਰੈਕਟਰ ਹੋ ਗਿਆ, ਜੁਆਇੰਟ ਡਾਇਰੈਕਟਰ ਹੋ ਗਿਆ, ਇੱਕ ਐਡੀਸ਼ਨਲ ਡਾਇਰੈਕਟਰ ਹੁੰਦੇ ਆ। ਤਾਂ ਐਡੀਸ਼ਨਲ ਡਾਇਰੈਕਟਰ ਦੇ ਵੀ ਜਿਹੜੇ ਪਦ ਆ, ਜਿਹੜੇ ਅਹੁਦੇ ਆ, ਉਹ ਬਹੁਤੇ ਖਾਲੀ ਆ। ਜੁਆਇੰਟ ਡਾਇਰੈਕਟਰ ਆ ਜਿਹੜੇ, ਉਹ ਵੀ ਖਾਲੀ ਆ। ਹੁਣ ਗਾਂ ਦੱਸਦੇ ਆ ਕਿ 2 ਹੋਰ ਜਾਣ ਵਾਲੇ, ਰਿਟਾਇਰ ਹੋਣ ਵਾਲੇ ਆ। ਇਸ ਸੂਰਤ ਦੇ ਵਿੱਚ ਜਿਹੜੇ ਵੱਡੇ ਅਹੁਦੇ ਆ ਉਹ ਵੀ ਇਹਨਾਂ ਦੇ ਖਾਲੀ ਹੋ ਰਹੇ ਆ। ਇੱਕ ਬਹੁਤ ਵੱਡੇ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਦੇ ਮੁਤਾਬਕ ਕਿ ਇਸ ਸਮੇਂ CBI ਦੇ ਵਿੱਚ 20% ਅਹੁਦੇ ਆ ਜਿਹੜੇ ਉਹ ਖਾਲੀ ਪਏ ਆ। ਤੇ ਕਮਾਲ ਦੀ ਗੱਲ ਆ, ਦੇਖੋ ਜਦੋਂ ਵੀ ਕੋਈ ਛੋਟੀ ਮੋਟੀ ਗੱਲ ਹੋ ਜਾਂਦੀ ਹੈ, ਜਿਹੜਾ ਵੀ ਵਿਰੋਧੀ ਧਿਰ ਚ ਹੁੰਦਾ ਉਹ ਇੱਕੋ ਹੀ ਮੰਗ ਕਰਦਾ ਕਿ ਇਹ ਜੀ ਮਾਮਲਾ CBI ਨੂੰ ਦੇ ਦੇ। ਭਾਵੇਂ ਸਰਕਾਰ ਚ ਵੀ ਹੋਵੇ, ਜੇ ਕਿਸੇ ਨਾਲ ਕੋਈ ਮਾੜਾ ਜਿਹਾ ਧੱਕਾ ਹੁੰਦਾ, ਇਨਸਾਫ ਮਿਲਣ ਦੇ ਵਿੱਚ ਥੋੜੀ ਜਿਹੀ ਦੇਰੀ ਹੁੰਦੀ ਹੈ, ਤੇ ਫਿਰ ਉਹੀ ਮੰਗ ਕਰ ਦਿੰਦਾ, ਹਾਂਜੀ ਤੁਸੀਂ ਇਹ ਕੇਸ ਹੈ ਜਿਹੜਾ CBI ਨੂੰ ਦੇ ਦਿਓ। ਪਰ ਕੋਈ ਵੀ ਬੰਦਾ ਇਹ ਮੰਗ ਨਹੀਂ ਕਰਦਾ ਕਿ CBI ਵਾਲਿਆਂ ਦੀ ਘੱਟੋ ਘੱਟ ਨਫਰੀ ਤੇ ਪੂਰੀ ਕਰੋ, ਉਹਨਾਂ ਦੇ ਅਹੁਦੇ ਜਿਹੜੇ ਖਾਲੀ ਪਏ ਆ ਉਹ ਤੇ ਭਰੋ, ਤਾਂ ਹੀ ਪੜਤਾਲ ਕਰ ਸਕਣਗੇ। ਹੁਣ ਆਲਮ ਇਹ ਆ ਕਿ ਦੇਖੋ ਇਹਨਾਂ ਦੇ ਕੋਲ ਹਰੇਕ ਵਰੇ ਐਵਰੇਜ 1100 ਕੇਸ ਆ ਰਹੇ ਆ, ਜਦਕਿ ਇਹਨਾਂ ਦੀ ਜਾਂਚ ਪੜਤਾਲ ਕਰਨ ਦੀ ਸਮਰੱਥਾ ਜਿਹੜੀ ਉਹ 600-700 ਕੇਸਾਂ ਦੀ ਹੈ। ਯਾਨੀ ਇੰਨਾ ਜ਼ਿਆਦਾ ਇਹਨਾਂ ਤੇ ਬੋਝ ਪੈ ਰਿਹਾ ਕਿ 300-400 ਕੇਸ ਹੈ ਜਿਹੜਾ ਉਹ ਇਹਨਾਂ ਦੇ ਕੋਲ ਵਾਫਰ ਆ ਰਿਹਾ। ਇਹਦੇ ਲਈ ਹੁਣ ਕੋਈ ਵੀ ਕੰਮ ਨਹੀਂ ਕਰਦਾ ਪਿਆ, ਨਾ ਤੇ ਕੇਂਦਰ ਇਸ ਪਾਸੇ ਧਿਆਨ ਦਿੰਦੀ ਹੈ। ਲੋਕਲ ਸਰਕਾਰਾਂ ਕੁਛ ਕਰ ਨਹੀਂ ਸਕਦੀਆਂ, ਕਿਉਂਕਿ ਤੁਹਾਡੀ ਮੈਂ ਜਾਣਕਾਰੀ ਲਈ ਦੱਸ ਦੇਵਾਂ, ਇਹ CBI ਦੇ ਵਿੱਚ ਜਿਹੜੇ ਹੁੰਦੇ ਆ ਨਾ ਸਿਪਾਹੀ ਜਾਂ ਸਬ ਇੰਸਪੈਕਟਰ, ਇਹ ਤੇ ਭਰਤੀ ਹੁੰਦੇ ਆ। ਜਿਹੜੇ ਇਹਨਾਂ ਤੋਂ ਉਤਲੇ ਰੈਂਕ ਵਾਲੇ ਆ ਉਹ ਭਰਤੀ ਨਹੀਂ ਹੁੰਦੇ, ਉਹਨਾਂ ਦੀ ਸਿਲੈਕਸ਼ਨ ਹੁੰਦੀ ਆ। ਸਿਲੈਕਸ਼ਨ ਹੁੰਦੀ ਹੈ ਜਦੀ IPS ਕੈਡਰ ਚੋਂ ਜੀ। ਉਹ ਕੀ ਕਰਦੇ ਆ ਕਿ 6-7 ਸਾਲ ਦੀ ਜਿਹੜੀ ਸੇਵਾ ਉਹ CBI ਚ ਨਿਭਾਉਂਦੇ ਆ, ਉਸ ਤੋਂ ਬਾਅਦ ਜ਼ਿਆਦਾਤਰ ਜਿਹੜੇ ਅਫਸਰ ਆ ਉਹ ਆਪਣੇ ਕਾਡਰ ਚ ਵਾਪਸ ਚਲੇ ਜਾਂਦੇ ਆ। ਕੁਛ ਵਾਪਸ ਚਲੇ ਗਏ, ਕੁਛ ਰਿਟਾਇਰ ਹੋ ਗਏ। ਇਸ ਕਰਕੇ CBI ਦੇ ਅਹੁਦੇ ਖਾਲੀ ਹੁੰਦੇ ਗਏ। ਹੁਣ ਤੇ ਇੱਥੋਂ ਤੱਕ ਨੌਬਤ ਹੈ ਕਿ ਆਉਣ ਵਾਲੇ ਸਮੇਂ ਚ ਆ ਜਿਹੜਾ 20% ਅਹੁਦਿਆਂ ਦਾ ਘਾਟਾ, ਇਹ ਆਉਣ ਵਾਲੇ ਸਮੇਂ ਚ ਹੋਰ ਵੀ ਵੱਧ ਸਕਦਾ। ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ, ਪਰ ਧਿਆਨ ਦੇਣਾ ਕਿੰਨੇ ਆ? ਇੱਥੇ ਹਾਲ ਇਹ ਆ ਕਿ ਸਾਡੇ ਇਸ ਸਮੇਂ 20 ਲੱਖ ਡਾਕਟਰ ਔਰ 40 ਲੱਖ ਨਰਸ ਹੈ ਜਿਹੜੀ ਉਹ ਲੋੜੀਂਦੀ ਹੈ ਸਾਨੂੰ ਇਸ ਸਮੇਂ ਖੜੇ ਪੈਰ, ਜਿੰਨੀ ਸਾਡੀ ਆਬਾਦੀ ਆ। ਸਰਕਾਰੀ ਸਕੂਲਾਂ 'ਚ ਇਸ ਸਮੇਂ ਖੜੇ ਪੈਰ ਸਾਨੂੰ 10 ਲੱਖ ਅਧਿਆਪਕਾਂ ਦੀ ਜ਼ਰੂਰਤ ਆ ਜੀ। ਆ ਜਿਹੜੇ ਹੋਰ ਤੁਸੀਂ ਦੇਖੋ ਕਿ ਸਾਡੇ ਜੱਜ ਸਾਹਿਬ ਜਿਨ੍ਹਾਂ ਨੇ ਇਨਸਾਫ ਦੇਣਾ, 70,000 ਜੱਜਾਂ ਦੀ ਦਰਕਾਰ ਸਾਨੂੰ ਅੱਜੇ ਹੀ ਆ। ਖੜੇ ਪੈਰ ਸਾਨੂੰ ਘੱਟੋ ਘੱਟ 70,000 ਜੱਜ ਹੋਰ ਚਾਹੀਦੇ ਆ। ਯਾਨੀ ਅਦਾਲਤਾਂ ਦੇ ਵਿੱਚ 70,000 ਜੱਜਾਂ ਦੀ ਕਮੀ ਆ। ਹੋਰ ਸੁਣੋ, ਤੁਹਾਨੂੰ ਨਵੀਂ ਗੱਲ ਸੁਣਾਵਾਂ ਕਿ ਸਾਡੇ ਇੱਥੇ ਜਿੰਨੇ ਪੁਲਿਸ ਸਟੇਸ਼ਨ ਹੈ, ਮੇਰੇ ਖਿਆਲ ਦੇ ਨਾਲ 15,000 ਦੇ ਕਰੀਬ ਸਾਡੇ ਭਾਰਤ ਦੇ ਵਿੱਚ ਪੁਲਿਸ ਸਟੇਸ਼ਨ ਆ। ਉਹਨਾਂ ਦੇ ਵਿੱਚੋਂ 400 ਪੁਲਿਸ ਸਟੇਸ਼ਨ ਇਹੋ ਜਿਹਾ ਇੰਡੀਆ 'ਚ ਜਿਨ੍ਹਾਂ 'ਚ ਟੈਲੀਫੋਨ ਵੀ ਹੈ ਨਹੀਂ। ਹਾਂ, ਵਾਇਰਲੈਸ ਹੈ ਨਾ ਟੈਲੀਫੋਨ ਆ। ਤੇ ਕਮਾਲ ਦੀ ਗੱਲ ਹੈ ਕਿ 188 ਥਾਣਿਆਂ 'ਚ ਸਾਡੇ ਇੱਥੇ ਹਾਲੇ ਤੱਕ ਉਹਨਾਂ ਨੇ ਹਾਥੀ ਫਿਰਦੇ ਹੁੰਦੇ ਨੇ, ਛੋਟੇ ਹਾਥੀ, ਇਹ ਵੀ ਹੈ ਨਹੀਂ ਉਹਨਾਂ ਦੇ ਕੋਲ। ਗੱਡੀ ਹੈ ਨਹੀਂ ਕੋਈ, ਪੈਦਲ ਹੀ ਤੁਰੇ ਫਿਰਦੇ ਆ। ਸੋ ਇਹ ਹਾਲ ਆ। ਉਹ ਜਿਵੇਂ ਦੱਸਦੇ ਹੁੰਦੇ ਆ ਨਾ ਕਈ ਵਾਰ ਸਾਡੇ ਬਜ਼ੁਰਗ ਕਿ ਕੋਈ ਗੋਰਾ ਆਇਆ ਸੀ ਭਾਰਤ ਦੇ ਵਿੱਚ, ਉਹਨੇ ਜਦੋਂ ਵੇਖਿਆ ਕਿ ਹਰ ਪਾਸੇ ਪ੍ਰਭ ਸਿਮਰਨ ਨਹੀਂ ਚੱਲਦਾ, ਪ੍ਰਭੂ ਸਿਮਰਨ ਨਹੀਂ ਚੱਲਦਾ, ਹਰੇਕ ਬੰਦਾ ਪਹਿਲਾਂ ਗੁਨਾਹ ਕਰ ਲੈਂਦਾ, ਮੁੜ ਕੇ ਹੱਥ ਜੋੜ ਲੈਂਦਾ ਕਿ ਇਹ ਪ੍ਰਭੂ ਮਾਫ਼ ਕਰ ਦੇ। ਉਹਨੇ ਜਦੋਂ ਇਹ ਸਭ ਕੁਛ ਰੰਗ ਤਮਾਸ਼ਾ ਵੇਖਿਆ ਤੇ ਜਾਣ ਲੱਗਿਆ, ਉਹਨੇ ਆਖਿਆ ਸੀ, ਕਿਸੇ ਨੇ ਪੁੱਛਿਆ ਕਿ ਤੁਸੀਂ ਭਾਰਤ 'ਚ ਕੀ ਵੇਖਿਆ ਖਾਸ, ਤੇ ਉਹਨੇ ਆਖਿਆ ਭਾਰਤ ਦੇ ਵਿੱਚ ਮੈਂ ਹੋਰ ਤੇ ਕੁਛ ਨਹੀਂ ਵੇਖਿਆ, ਪਰ ਇੱਕ ਚੀਜ਼ ਮੈਂ ਵੇਖ ਲਈ ਆ ਕਿ ਇਹ ਮੁਲਕ ਕੁਛ ਵੀ ਠੀਕ ਨਹੀਂ ਕਰਦਾ ਪਰ ਠੀਕ ਠਾਕ ਚੱਲੀ ਜਾਂਦਾ। ਇਹਦਾ ਮਤਲਬ ਕਿ ਪ੍ਰਭੂ ਹੈਗਾ। ਸੋ ਇਹ ਚੀਜ਼ ਮੈਂ ਵੇਖ ਲਈ ਹੈ ਕਿ ਪ੍ਰਭੂ ਦੇ ਸਾਰੇ ਮੁਲਕ ਚੱਲੀ ਜਾਂਦਾ। ਸੋ ਇਹ ਵਾਕਿਆ ਗੱਲ ਉਹੀ ਸਹੀ ਆ ਕਿ ਇਸ ਸਮੇਂ ਜੋ ਹਾਲਾਤ ਬਣੇ ਪਏ ਆ, ਮੁਲਕ ਚੱਲੀ ਜਾਂਦਾ। ਇਹ ਕੋਈ ਚਮਤਕਾਰੀ ਸ਼ਕਤੀ ਆ ਕਿ ਜਿਹੜੀ ਇਹਨੂੰ ਚਲਾਈ ਜਾਂਦੀ ਆ। ਓਦਾਂ ਜਿਹੜੇ ਇਹ ਚਲਾਉਣ ਵਾਲੇ ਡਰਾਈਵਰ ਆ, ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਹੋਈ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਸੁੱਚਾ ਸਿੰਘ ਲੰਗਾਹ ਪੇਸ਼ ਹੋਣ ਆਇਆ, ਕੋਰਟ ਨੇ ਹਿਰਾਸਤ 'ਚ ਲੈਣ ਤੋਂ ਨਾ ਕਰਤੀ। ਕਹਿੰਦੇ ਨਾਲੇ ਜਿਹੜੇ ਆਪਣੇ ਪਾਰਟੀ ਵਾਲਿਆਂ ਦਾ ਹੱਲਾਸ਼ੇਰੀ ਵੀ ਉਹਨਾਂ ਨੂੰ ਦੇ ਗਿਆ ਵੀ ਪਾਓ ਵੋਟਾਂ। ਦੇਖੋ, ਸੁੱਚਾ ਸਿੰਘ ਲੰਗਾਹ ਬਾਰੇ ਆਪਾਂ ਉਦੋਂ ਗੱਲ ਕੀਤੀ ਸੀਗੀ ਕਿ ਇਹਨਾਂ ਦੇ ਵਿੱਚ ਤੇ ਦੌੜ ਲੱਗੇਗੀ ਕਿ ਹਨੀਪ੍ਰੀਤ
ਪਹਿਲਾਂ ਫੜੀ ਜਾਂਦੀ ਹੈ ਜਾਂ ਸੁੱਚਾ ਸਿੰਘ ਲੰਗਾਹ ਬਾਅਦ ਚ ਫੜਿਆ ਜਾਂਦਾ, ਇਹ ਦੌੜ ਲੱਗੇਗੀ। ਤੇ ਮੇਰੇ ਖਿਆਲ ਦੇ ਨਾਲ ਪੰਜਾਬ ਪੁਲਿਸ ਨੇ ਅੱਜ ਬਾਜੀ ਮਾਰੀ ਆ ਕਿ ਕਿਤੇ ਹਰਿਆਣੇ ਪੁਲਿਸ ਵਾਲੇ ਪਹਿਲਾਂ ਹਨੀਪ੍ਰੀਤ ਨੂੰ ਨਾ ਫੜ ਲੈਣ, ਸਾਡਾ ਬੰਦਾ ਬਾਅਦ ਚ ਫੜਿਆ ਜਾਵੇ। ਅਸੀਂ ਇਹ ਕਾਬਲੀਅਤ ਵਿਖਾਉਣੀ ਹੈ, ਇਹ ਰਿਕਾਰਡ ਅਸੀਂ ਆਪਣੇ ਨਾਲ ਕਰਨਾ। ਸੋ ਇਹ ਦੇਖੋ ਅੱਜ ਸਰੈਂਡਰ ਕਰਨ ਆਇਆ। ਪਹਿਲੀ ਗੱਲ ਮੇਰੀ ਤੇ ਸਮਝ ਤੋਂ ਬਾਹਰ ਆ ਕਿ ਇਹਨੇ ਪਤਾ ਨਹੀਂ ਕਿਹੜੇ ਬੰਦੇ ਨਾਲ ਸਲਾਹ ਕੀਤੀ ਆ, ਸਰੈਂਡਰ ਵੀ ਕਰਨ ਗਿਆ ਔਰ ਕੀਤਾ ਵੀ ਜਾ ਕੇ ਕਿੱਥੇ 43 ਸੈਕਟਰ ਚੰਡੀਗੜ੍ਹ ਦੀ ਕੋਰਟ ਦੇ ਵਿੱਚ, ਜਦ ਕਿ ਉੱਥੇ ਦਾ ਕੋਈ ਕੇਸ ਹੀ ਹੈ ਨਹੀਂ। ਜਾਂ ਤੇ ਉਹ ਪਿਛਲੇ ਕੇਸ ਦੇ ਭੁਲੇਖੇ ਚਲੇ ਗਿਆ, ਜਿਹੜਾ ਗਬਨ ਵਾਲਾ ਕੇਸ ਇਹਦੇ ਤੇ ਚੱਲੀ ਜਾਂਦਾ ਸੀ, ਜਾਂ ਤੇ ਉਹਦਾ ਕਿਤੇ ਚੇਤਾ ਆ ਗਿਆ ਕਿਉਂਕਿ ਉਹਦੇ ਚ ਵੀ ਸਜ਼ਾ ਹੋਇਆ, ਇਹਨੂੰ ਏਦਾਂ ਲੱਗਿਆ ਹੋਊਗਾ ਕਿ ਕਿਤੇ ਉਹ ਪੇਸ਼ੀ ਨਾ ਪੈ ਗਈ ਹੋਵੇ। ਪਰ ਬਾਵਜੂਦ ਇਸ ਦੇ ਕਿ ਉੱਥੇ ਗਿਆ, ਸਰੈਂਡਰ ਕੀਤਾ। ਕੋਈ ਸਧਾਰਨ ਤੋਂ ਸਧਾਰਨ ਬੰਦਾ ਵੀ ਇੰਨੀ ਕੁ ਕਾਬਲੀਅਤ ਰੱਖਦਾ ਹੈ ਕਿ ਜਿੱਥੇ ਤੁਹਾਡਾ ਕੇਸ ਚੱਲਦਾ ਤੁਸੀਂ ਸਰੈਂਡਰ ਉੱਥੇ ਹੀ ਕਰੋਗੇ ਜੀ। ਹਨੀਪ੍ਰੀਤ ਵਾਲਾ ਮਾਮਲਾ ਦੇਖੋ, ਹਨੀਪ੍ਰੀਤ ਨੇ ਕਿੰਨਾ ਵਾਹ ਲਾਇਆ, ਕਿੰਨਾ ਜ਼ੋਰ ਲਾਇਆ ਕਿ ਅਸੀਂ ਦਿੱਲੀ ਦੇ ਵਿੱਚ ਸਰੈਂਡਰ ਕਰਨਾ ਚਾਹੁੰਦੇ ਹਾਂ। ਦਿੱਲੀ ਹਾਈ ਕੋਰਟ ਨੇ ਕਹਿਤਾ ਕਿ ਨਹੀਂ ਭਾਈ, ਜਿੱਥੇ ਤੁਹਾਡਾ ਕੇਸ ਚੱਲਦਾ ਤੁਸੀਂ ਉੱਥੇ ਜਾਓ, ਜੇ ਤੁਸੀਂ ਸਰੈਂਡਰ ਹੀ ਕਰਨਾ ਹੈ ਤਾਂ ਤੁਸੀਂ ਉੱਥੇ ਜਾ ਕੇ ਕਰੋ ਜਿੱਥੇ ਤੁਹਾਡਾ ਮੁਕੱਦਮਾ ਜ਼ੇਰੇ ਸੁਣਵਾਈ ਹੈ। ਇਹਨੂੰ ਪਤਾ ਨਹੀਂ ਕਿਹਨੇ ਸਲਾਹ ਦਿੱਤੀ, ਪੁੱਠੀ ਜੀ ਚਲੇ ਗਿਆ ਔਰ ਫਿਰਦਾ ਵੀ ਏਦਾਂ ਸੀਗਾ ਜਿਵੇਂ ਕਿਸੇ ਬਾਗ ਦੇ ਵਿੱਚ ਇਹ ਉੱਥੇ ਗਰਦੌਰੀ ਕਰਦਾ ਫਿਰਦਾ ਹੋਵੇ ਜੀ। ਚਿੱਟੇ ਲੀੜੇ, ਨੀਲੀ ਪੱਗ, ਲੋਕਾਂ ਨੇ ਗੱਲ ਬਣਾ ਲਈ। ਉਹ ਕਹਿੰਦੇ ਕਿ ਪਹਿਲਾਂ ਨੀਲੀਆਂ ਪੱਗਾਂ ਵਾਲੇ ਸੀ, ਹੁਣ ਨੀਲੀਆਂ ਫਿਲਮਾਂ ਵਾਲੇ ਬਣਦੇ ਜਾਂਦੇ ਆ। ਇਹ ਕਿੱਧਰ ਨੂੰ ਤੁਰ ਪਿਆ? ਘੰਟਾ ਡੇਢ ਘੰਟਾ ਉੱਥੇ ਕੋਰਟ ਕੰਪਲੈਕਸ ਚ ਰਿਹਾ। ਔਰ ਕਮਾਲ ਦੀ ਗੱਲ ਆ ਕਿ ਜਿਹੜੇ ਸਾਡੇ ਪੱਤਰਕਾਰ ਸਾਥੀ ਸੀਗੇ ਚੰਡੀਗੜ੍ਹ ਦੇ, ਉਹਨਾਂ ਸਾਰਿਆਂ ਨੂੰ ਪਤਾ ਸੀਗਾ ਇਹ ਬੰਦਾ ਉੱਥੇ ਆ ਰਿਹਾ, ਉਹਨਾਂ ਨੂੰ ਪਹਿਲਾਂ ਪਤਾ ਸੀ। ਔਰ ਉਹ ਅੱਧਾ ਘੰਟਾ ਪੌਣਾ ਘੰਟਾ ਪਹਿਲਾਂ ਪਹੁੰਚ ਕੇ ਇਹਦਾ ਇੰਤਜ਼ਾਰ ਕਰਨ ਲੱਗ ਪਏ ਤੇ ਅੰਦਰ ਚਲੇ ਗਏ। ਹਿਸਾਬ ਲਾ ਲਓ ਕਿ ਅੰਦਰ ਕੋਰਟ ਕੰਪਲੈਕਸ ਚ ਦਾਖਲ ਹੋਣ ਤੋਂ ਬਾਅਦ 1.5 ਘੰਟਾ ਸੁੱਚਾ ਸਿੰਘ ਲੰਗਾਹ ਉੱਥੇ ਰਿਹਾ। ਔਰ ਇੱਥੋਂ ਤੱਕ ਕਿ ਬਾਹਰ ਨਿਕਲ ਕੇ ਚੋਣ ਪ੍ਰਚਾਰ ਵੀ ਕਰ ਗਿਆ। ਚੋਣ ਪ੍ਰਚਾਰ ਇਉਂ ਕਰ ਗਿਆ, ਉਹ ਕਹਿੰਦਾ ਜੀ ਇਹ ਤੇ ਕੇਸ ਕਾਂਗਰਸੀਆਂ ਪਵਾਇਆ ਵਾ, ਇਹ ਤੇ ਫਲਾਣੇ ਸਿੰਘ ਨੇ ਪਵਾਇਆ ਵਾ, ਪਰ ਮੈਂ ਆਪਣੇ ਅਕਾਲੀ ਭੈਣ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਕੱਲੀ ਕੱਲੀ ਵੋਟ ਹੈ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੂੰ ਪਾਇਓ, ਵੇਖੋ ਕਿਤੇ ਭੁੱਲ ਨਾ ਜਾਇਓ। ਕਮਾਲ ਦੀ ਗੱਲ ਹੈ। ਉਲਟਾ ਆਪਣੀ ਉੱਥੇ ਕੰਪੇਨ ਚਲਾ ਗਿਆ ਤੇ ਲੋਕੀ ਤੇ ਹੁਣ ਇਹ ਵੀ ਪੁੱਛਦੇ ਪਏ ਇੱਕ ਦੂਜੇ ਨੂੰ ਕਿ ਕਿਤੇ ਪੋਚਵੀਂ ਪੱਗ ਕਿਸੇ ਥਾਣੇ ਚੋਂ ਬੰਨ ਕੇ ਤਾਂ ਨਹੀਂ ਨਿਕਲਿਆ, ਰਾਤ ਥਾਣੇ ਚ ਤਾਂ ਨਹੀਂ ਰਿਹਾ ਕਿਸੇ ਚ, ਕਿਉਂਕਿ ਪੁਲਿਸ ਤੇ ਉੱਥੇ ਲਾਗੇ ਆਈ ਹੋਈ ਨਹੀਂ। ਇਹ 1.5 ਘੰਟੇ ਉੱਥੇ ਮਟਰ ਗਸ਼ਤੀ ਕਰਦਾ ਫਿਰਦਾ ਰਿਹਾ। ਪੁਲਿਸ ਦਾ ਕੋਈ ਵੀ ਬੰਦਾ ਉੱਥੇ ਨਹੀਂ ਪਹੁੰਚਿਆ, ਜਦ ਕਿ ਟੈਲੀਵਿਜ਼ਨ ਚੈਨਲ ਲਗਾਤਾਰ ਲਾਈਵ ਦਿਖਾਉਂਦੇ ਰਹੇ ਇਹ ਸੁੱਚਾ ਸਿੰਘ ਲੰਗਾਹ ਆਉਣ ਵਾਲਾ, ਸੁੱਚਾ ਸਿੰਘ ਲੰਗਾਹ ਆ ਗਿਆ, ਸੁੱਚਾ ਸਿੰਘ ਲੰਗਾਹ ਨੂੰ ਇਹ ਨਾ ਹੋ ਗਈ ਆ, ਸੁੱਚਾ ਸਿੰਘ ਲੰਗਾਹ ਬਾਹਰ ਆ ਰਿਹਾ, ਸੁੱਚਾ ਸਿੰਘ ਲੰਗਾਹ ਨੇ ਗੱਲ ਕੀਤੀ ਹੈ। ਇਸ ਤੋਂ ਬਾਅਦ ਸੁੱਚਾ ਸਿੰਘ ਹੋ ਗਿਆ ਉਹ ਜਿਵੇਂ ਉਹ ਗਾਣਾ ਸੀ ਮਾਨਕ ਦਾ, ਜਾਉਣਾ ਮੋੜ ਘੋੜੀ ਤੇ ਫਰਾਰ ਹੋ ਗਿਆ। ਇਹਦੇ ਕੋਲ ਹੁਣ ਘੋੜੀ ਤੇ ਹੈ ਨਹੀਂ ਸੀ, ਕਾਰ ਸੀ, ਕਾਰ ਲੈ ਕੇ ਫਰਾਰ ਹੋ ਗਿਆ, ਰੂਪੋਸ਼ ਹੋ ਗਿਆ। ਹੁਣ ਦੇਖੋ ਪੁਲਿਸ ਹੈ ਜਿਹੜੀ ਉਹ ਕੱਲ ਫੇਰ ਚਲੀ ਜਾਊਗੀ, ਸੁੱਚਾ ਸਿੰਘ ਲੰਗਾਹ ਦੇ ਘਰ ਤੇ ਕੀਤੀ ਛਾਪੇਮਾਰੀ, ਉਹ ਇੱਕ ਖਬਰ ਲਵਾ ਦੂਗੀ। ਸੋ ਇਹ ਇੱਥੇ ਪੁੱਛਣਾ ਬਣਦਾ ਕਿ ਪੰਜਾਬ ਪੁਲਿਸ ਸੁੱਤੀ ਕੀ ਰਹੀ, ਕਿਹੜੇ ਕਾਰਟੂਨ ਵੇਖਦੀ ਸੀ? ਉਹਨਾਂ ਨੇ ਇਹ ਚੈਨਲ ਵੇਖੇ ਨਹੀਂ ਖਬਰਾਂ ਵਾਲੇ, ਜਿੱਥੋਂ ਉਹ ਇਹ ਖਬਰ ਮਿਲ ਸਕਦੀ ਸੀ। ਸੋ ਸੁੱਚਾ ਸਿੰਘ ਲੰਗਾਹ ਜਿਹੜਾ ਉਹ ਆਇਆ, ਸਰੈਂਡਰ ਹੋਇਆ, ਪਰ ਕੋਰਟ ਨੇ ਕਿਹਾ ਕਿ ਅਸੀਂ ਤੁਹਾਨੂੰ ਇੱਥੇ ਸਰੈਂਡਰ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ ਕਿਉਂਕਿ ਤੁਹਾਡਾ ਮੁਕੱਦਮਾ ਗੁਰਦਾਸਪੁਰ 'ਚ ਆ, ਇਸ ਕਰਕੇ ਤੁਸੀਂ ਜੇ ਸਰੈਂਡਰ ਕਰਨਾ ਤੇ ਗੁਰਦਾਸਪੁਰ 'ਚ ਕਰੋ, ਕਿਉਂਕਿ ਤੁਹਾਡੇ ਖਿਲਾਫ ਇੱਥੇ ਮੁਕੱਦਮਾ ਹੀ ਹੈ ਨਹੀਂ, ਕੋਈ FIR ਹੀ ਹੈ ਨਹੀਂ। ਅਸੀਂ ਤੁਹਾਨੂੰ ਕਿਸ ਬਿਨਾਂ ਤੇ ਇੱਥੇ ਹਿਰਾਸਤ 'ਚ ਲੈ ਲਈਏ। ਇਹ ਕਹਿੰਦਾ ਸੀਗਾ ਜੀ ਉੱਥੇ ਮੈਨੂੰ ਕੁੱਟਣਗੇ, ਮਾਰਨਗੇ, ਮੇਰੇ ਤੇ ਮੁਕੱਦਮਾ ਹੋਰ ਪਾਉਣਗੇ। ਉਹ ਕਹਿੰਦੇ ਕਿ ਕੁਛ ਵੀ ਆ, ਇਹ ਮਸਲਾ ਜਿਹੜਾ ਉਸ ਅਦਾਲਤ ਦੇ ਅਧੀਨ ਹੈ, ਤੁਸੀਂ ਜਾ ਕੇ ਆਪਣੀ ਗੱਲ ਉੱਥੇ ਕਹੋ, ਤੁਸੀਂ ਇੱਥੇ ਆ ਕੇ ਸਰੈਂਡਰ ਨਹੀਂ ਕਰ ਸਕਦੇ। ਸੋ ਹੁਣ ਸੁੱਚਾ ਸਿੰਘ ਲੰਗਾਹ ਇੱਕ ਵਾਰ ਫੇਰ ਰੂਪੋਸ਼ ਹੋ ਗਿਆ। ਸਵਾਲ ਫੇਰ ਉੱਥੇ ਦਾ ਉੱਥੇ ਆ ਕਿਉਂਕਿ ਕਿ ਕੀ ਸੁੱਚਾ ਸਿੰਘ ਲੰਗਾਹ ਦੁਬਾਰਾ ਆਊਗਾ ਜਾਂ ਫਿਰ ਸੁੱਚਾ ਸਿੰਘ ਲੰਗਾਹ ਹੁਣ ਸਾਰੇ ਕੰਮ ਨਿਬੇੜ ਕੇ ਪਰਤੂਗਾ, ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਏਡੀ ਛੇਤੀ ਅਦਾਲਤਾਂ ਨੇ ਜ਼ਮਾਨਤ ਨਹੀਂ ਦੇਣੀ। ਪਰ ਜੋ ਚੰਡੀਗੜ੍ਹ ਦੇ ਵਿੱਚ ਸਰੈਂਡਰ ਕਰਨ ਵਾਲੀ ਉਹਨੇ ਪਲੈਨਿੰਗ ਕੀਤੀ ਉਹ ਸਾਰਿਆਂ ਨੂੰ ਹੈਰਾਨ ਕਰਦੀ ਸੀ ਕਿ ਐਸੇ ਕਿਹੜੇ ਵਕੀਲ ਸਨ ਜਿਨ੍ਹਾਂ ਨੇ ਇਹ ਮਸ਼ਵਰਾ ਦਿੱਤਾ ਕਿ ਆਓ ਇੱਥੇ ਆ ਕੇ ਸਰੈਂਡਰ ਕਰੋ। ਪਰ ਦੂਜੀ ਖਬਰ ਇਹ ਆ ਕਿ ਇੱਕ ਤੇ ਸੁੱਚਾ ਸਿੰਘ ਲੰਗਾਹ ਨੂੰ ਹੁਣ ਜਥੇਦਾਰ ਨੇ ਥੋੜਾ ਜਿਹਾ ਸਖਤਾਈ ਨਾਲ ਲੈਣਾ ਸ਼ੁਰੂ ਕਰ ਦਿੱਤਾ। ਉਹਨੇ ਇਕੱਤਰਤਾ ਸੱਦ ਲਈ 5 ਅਕਤੂਬਰ ਨੂੰ, ਪਤਾ ਨਹੀਂ ਉੱਥੇ ਕਲੀਨ ਚਿੱਟ ਦੇਣੀ ਹੈ ਕਿ ਕੁਛ ਇਹਦੇ ਖਿਲਾਫ ਐਕਸ਼ਨ ਲੈਣਾ। 5 ਤਖਤਾਂ ਦੇ ਸਿੰਘ ਸਾਹਿਬਾਨਾਂ ਦੀ ਇਕੱਤਰਤਾ 5 ਤਰੀਕ ਨੂੰ, ਦੇਖੋ ਕੀ ਬਣਦਾ। ਦੂਜੇ ਪਾਸੇ ਅੱਧ ਮੰਨੇ ਜੇ ਮਨ ਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਵੀ ਇਹਨੂੰ ਪਾਰਟੀ ਚੋਂ ਚੋਪੜਤਾ
ਉਹ ਕਹਿੰਦਾ ਕਿ ਇਹੋ ਜਿਹੇ ਬੰਦੇ ਦੀ ਪਾਰਟੀ ਨੂੰ ਨਹੀਂ ਲੋੜ। ਪਰ ਲੋਕ ਦੱਸਦੇ ਆ ਕਿ ਪ੍ਰਧਾਨ ਸਾਹਿਬ ਦੇ ਨਾਲ ਹੀ ਟੱਚ 'ਚ ਨੇ ਸੁੱਚਾ ਸਿੰਘ ਲੰਗਾ। ਪਤਾ ਨਹੀਂ ਵਿੱਚੋਂ ਕੀ ਮਸਲਾ, ਪਰ ਇੱਕ ਵਾਰੀ ਸੁਖਬੀਰ ਸਿੰਘ ਬਾਦਲ ਨੇ ਕਹਿ ਕੇ ਖੜਾ ਛੁਡਾ ਲਿਆ, ਸ਼ਾਇਦ ਇਸ ਕਰਕੇ ਕਿਉਂਕਿ ਉਹਨੂੰ ਪਤਾ ਸੀਗਾ ਜੇ ਲੋਕਾਂ ਦੇ ਵਿੱਚ ਮੈਂ ਇਸੇ ਤਰ੍ਹਾਂ ਹੀ ਚਲਾ ਗਿਆ ਬਿਨਾਂ ਪਾਰਟੀ 'ਚੋਂ ਇਹਨੂੰ ਕੱਢਿਆ ਤੇ ਉੱਥੇ ਜਵਾਕਾਂ ਨੇ ਵੀ ਪੁੱਛਣਾ ਕਿ ਬਾਦਲ ਸਾਹਿਬ ਸੁਖਬੀਰ ਜੀ ਇਹ ਤੇ ਦੱਸੋ ਸੁੱਚਾ ਸਿੰਘ ਲੰਗਾ ਨਾਲ ਕੀ ਹੋਇਆ, ਜਾਂ ਇਹ ਤੇ ਦੱਸੋ ਕੋਈ ਹੋਰ ਵੀ ਲੀਡਰ ਇਸ ਤਰ੍ਹਾਂ ਦੀ ਫਿਲਮ 'ਚ ਸ਼ੂਟਿੰਗ ਕਰਕੇ ਆਇਆ। ਸੋ ਉਸ ਤਰ੍ਹਾਂ ਦੇ ਸਵਾਲ ਹੋਣੇ ਸੀ। ਸੋ ਇਹਨਾਂ ਸਵਾਲਾਂ ਤੋਂ ਖੜਾ ਛਡਾਉਣ ਲਈ ਉਹਨਾਂ ਨੇ ਇੱਕ ਅਸੀਂ ਪਾਰਟੀ 'ਚੋਂ ਕੱਢ ਦਿੱਤਾ। ਪਰ ਸੁੱਚਾ ਸਿੰਘ ਲੰਗਾ ਅੱਗੇ ਪਤਾ ਨਹੀਂ ਉਹਦਾ ਅਦਾਲਤ 'ਚ ਕੀ ਫੈਸਲਾ ਹੋਣਾ। ਜਿਸ ਤਰ੍ਹਾਂ ਦੀ ਨਮੋਸ਼ੀ ਉਸ ਬੰਦੇ ਨੇ ਕਮੇਟੀ ਤੇ ਅਕਾਲੀ ਦਲ ਦੇ ਪੱਲੇ ਪਾਈ ਆ, ਮੇਰੇ ਖਿਆਲ ਦੇ ਨਾਲ ਦੂਰ ਦੂਰ ਤੱਕ ਇਤਿਹਾਸ 'ਚ ਮਿਟਦੀ ਨਜ਼ਰ ਨਹੀਂ ਆਉਂਦੀ। ਜੀ ਜੀ ਅਗਲੀ ਆਪਾਂ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ, ਸ਼ਰਾਬ ਕਾਰੋਬਾਰੀ ਤੇ ਅਕਾਲੀ ਦਲ ਦੇ ਨੇਤਾ ਨੂੰ ਪੁਲਿਸ ਬਾਥਰੂਮ 'ਚੋਂ ਕਹਿੰਦੇ ਘੜੀਸਦੀ ਲੈ ਗਈ। ਦੇਖੋ ਇੱਥੋਂ ਦੀ ਪੁਲਿਸ ਹੈ ਜਿਹੜੀ ਉਹ ਏਦਾਂ ਦੀ ਵੀ ਖਤਰਨਾਕ ਹੈ। ਜੇ ਤੇ ਕਿਸੇ ਬੰਦੇ ਨੂੰ ਨਾ ਫੜੇ ਤੇ ਫਿਰ ਤੇ ਅਦਾਲਤ 'ਚ ਆਏ ਨੂੰ ਵੀ ਨਾ ਫੜੇ, ਤੇ ਜੇ ਫੜੇ ਫਿਰ ਕਿਸੇ ਨੂੰ ਕੱਛਾ ਪਾਉਣ ਦਾ ਵੀ ਮੌਕਾ ਨਹੀਂ ਦਿੰਦੀ ਕਈ ਵਾਰੀ। ਇਹ ਅਕਾਲੀ ਦਲ ਦਾ ਹੀ ਲੀਡਰ ਦੱਸ ਸਕਦਾ ਤੁਹਾਨੂੰ, ਜਿਹੜਾ ਸੰਗਰੂਰ ਤੋਂ ਕੱਲ ਇਹਨਾਂ ਦੇ ਲਪੇਟੇ 'ਚ ਆਇਆ ਜੀ। ਉਹ ਸੰਜੇ ਸ਼ਰਮਾ ਨਾਂ ਦਾ ਇਹਨਾਂ ਦਾ ਜਨਰਲ ਸੈਕਟਰੀ ਵੀ ਹੈ ਤੇ ਸ਼ਰਾਬ ਦਾ ਕਾਰੋਬਾਰੀ ਵੀ ਹੈ ਸੰਗਰੂਰ ਦਾ। ਉਹਦੇ ਘਰ ਇਹ 8:15 ਵਜੇ ਗਏ ਤੜਕੇ ਤੇ ਪੁੱਛਿਆ ਕਿੱਥੇ ਸ਼ਰਮਾ ਕਿੱਥੇ ਉਹ ਕਹਿੰਦੇ ਜੀ ਕਿੱਥੇ ਕੀ ਆ, ਉਹ ਬਾਥਰੂਮ 'ਚ ਵੜਿਆ, ਏਡੀ ਕਿਹੜੀ ਹਨੇਰੀ ਆ ਗਈ ਆ ਜਾਂਦਾ ਬਾਹਰ, ਦੱਸਦੇ ਖੋਲ ਕੇ ਕੁੰਡਾ, ਤੇ ਉੱਥੇ ਪਤਾ ਨਹੀਂ ਵਿਚਾਰਾ ਕਿਹੜੀ ਅਵਸਥਾ 'ਚ ਬੈਠਾ ਸੀਗਾ, ਉੱਥੋਂ ਧੂ ਕੇ ਲੈ ਗਏ ਆ ਤੇ ਪੱਤਰਕਾਰਾਂ ਨੂੰ ਪਤਾ ਲੱਗਿਆ, ਪੱਤਰਕਾਰਾਂ ਨੇ ਟੈਲੀਫੋਨ ਕੀਤਾ ਕਿ ਤੁਸੀਂ ਸ਼ਰਮਾ ਚੁੱਕ ਲਿਆ। ਉਹ ਬੇਸ਼ਰਮ ਜਿਹੇ ਹੋ ਕੇ ਕਹਿੰਦੇ ਜੀ ਨਹੀਂ ਅਸੀਂ ਤੇ ਸ਼ਰਮਾ ਲਿਆਂਦਾ ਹੀ ਨਹੀਂਗਾ। ਪੱਤਰਕਾਰ ਆਖਿਆ ਕਿ ਸੋਚ ਲਓ ਤੁਸੀਂ ਲਿਆਂਦਾ ਬੰਦਾ। ਉਹਨਾਂ ਦੇ ਮਨ 'ਚ ਖੁੜਕੀ, ਉਹ ਕਹਿੰਦੇ ਸਬੂਤ ਤੇ ਕੋਈ ਸਿਆ ਨਹੀਂ ਪਿੱਛੇ। ਅਸਲ ਦੇ ਵਿੱਚ ਹੋਇਆ ਕਿ ਪੁਲਿਸ ਨੂੰ ਐ ਸੀਗਾ ਕਿ ਜਿਹੜੀ ਸਾਰੀ CCTV ਕੈਮਰਿਆਂ ਦੀ ਰਿਕਾਰਡਿੰਗ ਹੈ ਉਹ DVR ਦੇ ਵਿੱਚ ਹੈ ਤੇ DVR ਤੇ ਅਸੀਂ ਚੁੱਕ ਲਿਆਂਦਾ ਜੀ। ਤੇ ਹੋਇਆ ਉਲਟ ਕਿ ਇਹ ਹੜਬੜੀ ਦੇ ਵਿੱਚ ਹੋਛੇਪਣ ਦੇ ਵਿੱਚ DVR ਦੀ ਥਾਂ ਤੇ ਉਹ ਜਿਹੜਾ ਸੈਟ ਟੌਪ ਬਾਕਸ ਲੱਗਾ ਹੁੰਦਾ ਕੇਬਲ ਵਾਲਾ ਉਹ ਹੀ ਚੁੱਕ ਕੇ ਲੈ ਆਏ ਪੁਲਿਸ ਨੇ ਜੀ। ਹੁਣ ਜਿਹੜੀ ਰਿਕਾਰਡਿੰਗ ਸੀ ਉਹ ਤੇ ਉੱਥੇ ਰਹਿ ਗਈ ਉਹਨਾਂ ਦੇ ਘਰੇ। ਉਹਨਾਂ ਨੇ ਕੀ ਕੀਤਾ, ਘਰ ਵਾਲਿਆਂ ਨੇ ਫਟਾਫਟ ਚੱਕ ਕੇ ਰਿਕਾਰਡਿੰਗ ਪੱਤਰਕਾਰਾਂ ਨੂੰ ਮੇਲ ਕਰਤੀ, ਜਾਂ ਦੇਖੋ ਜੀ ਸਾਡੇ ਬੰਦੇ ਨੂੰ ਕਿੱਦਾਂ ਘੜੀਸ ਕੇ ਲੈ ਗਏ ਆ। ਤੇ ਜਦੋਂ ਪੱਤਰਕਾਰਾਂ ਨੇ ਫੇਰ ਆਖਿਆ, ਉਹਨੇ ਆਖਿਆ ਕਿ ਸਾਡੇ ਕੋਲ ਰਿਕਾਰਡਿੰਗ ਪਹੁੰਚ ਗਈ ਹੈ ਤੁਹਾਡੀ, ਤੁਸੀਂ ਕਹਿੰਦੇ ਅਸੀਂ ਬੰਦਾ ਨਹੀਂ ਲੈ ਕੇ ਆ। ਹੋ ਹਾਂਜੀ ਮੈਂ ਪਤਾ ਕੀਤਾ ਬੰਦਾ ਲਿਆਂਦਾ ਹੈ। ਦਰਅਸਲ ਇਹਨਾਂ ਨੇ ਨਾ ਵਾਹਵਾ ਚਿਰ ਪਹਿਲਾਂ ਜੀ ਕੋਈ ਬੰਦਾ ਕੁੱਟਿਆ ਸੀ ਤੇ ਨਾਲੇ ਕੋਈ 40-50 ਹਜ਼ਾਰ ਰੁਪਇਆ ਉਹਦਾ ਦੇਣਾ ਸੀਗਾ, ਤਾਂ ਕਰਕੇ ਬੰਦਾ ਲਿਆਂਦਾ, ਬੰਦਾ ਜ਼ਰੂਰ ਲਿਆਂਦਾ। ਮੁੜ ਕੇ ਬੰਦਾ ਥਾਣੇ 'ਚ ਹਾਜ਼ਰ ਵੀ ਹੋ ਗਿਆ। ਪਰ ਜਿਸ ਤਰੀਕੇ ਨਾਲ ਲਿਜਾਇਆ ਗਿਆ ਉਹ ਬਹੁਤ ਬੁਰੀ ਗੱਲ ਸੀ, ਕਿਉਂਕਿ ਉਸ ਬੰਦੇ ਨੂੰ ਗਲੀ 'ਚੋਂ ਵੀ ਘੜੀਸਦੇ ਲੈ ਕੇ ਗਿਆ, ਸਿਰਫ ਉਹਦੇ ਤਨ ਤੇ ਕੱਛਾ ਸੀਗਾ। ਇਹ ਤੋਂ ਵੱਧ ਕੋਈ ਬਨੈਣ ਨਹੀਂ, ਕੋਈ ਕੁਛ ਨਹੀਂ। ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਜੇਕਰ ਕੋਈ ਉਹਦਾ ਗੁਨਾਹ ਵੀ ਹੈ ਤਾਂ ਉਹਨੂੰ ਟਾਈਮ ਦਿੱਤਾ ਜਾਂਦਾ, ਘੱਟੋ ਘੱਟ ਕੱਪੜੇ ਤੇ ਪਾ ਲੈਣ ਦਿੰਦੇ। ਕਿਹੜਾ ਕੋਈ ਸੁਰੰਗ ਖੱਟੀ ਸੀ ਉਹਨੇ ਜਿਹਦੇ ਵਿੱਚ ਦੀ ਲੰਘ ਕੇ ਉਹਨੇ ਸੁੱਚਾ ਸਿੰਘ ਲੰਗਾ ਵਾਲੇ ਪਾਸੇ ਨੂੰ ਲੰਘ ਜਾਣਾ ਸੀ, ਉੱਥੇ ਹੀ ਸੀਗਾ। ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ, ਪਰ ਪੁਲਿਸ ਏਦਾਂ ਹੀ ਕਰਦੀ ਆ। ਇੱਕ ਬਹੁਤ ਮਸ਼ਹੂਰ ਕਹਾਣੀ ਹੈ ਪੰਜਾਬ ਦੀ ਕਿ ਇੱਕ ਮੁੰਡੇ ਤੇ 250 ਗ੍ਰਾਮ ਇਹਨਾਂ ਨੇ ਪਾਤਾ ਸੀ ਨਸ਼ੀਲਾ ਪਾਊਡਰ, ਮੁੜ ਕੇ ਅਦਾਲਤ 'ਚ ਕਹਾਣੀ ਕੱਢ ਦਿੱਤੀ, ਫਲਾਣੀ ਤਕੂਨੀ ਤੇ ਅਸੀਂ ਜੀ ਨਾਕਾ ਲਾਇਆ ਸੀ, ਮੁੰਡਾ ਮੋਟਰਸਾਈਕਲ ਤੇ ਪਟਾਕੇ ਮਾਰਦਾ ਆਉਂਦਾ ਸੀ, ਅਸੀਂ ਹੱਥ ਕੀਤਾ ਉਹ ਰੁਕਿਆ ਨਹੀਂ, ਫਿਰ ਅਸੀਂ ਮਗਰ ਗੱਡੀਆਂ ਲਾਈਆਂ, ਗੱਡੀਆਂ ਦਾ ਧੂੰਆਂ ਕਢਾ ਦਿੱਤਾ, ਮਸਾ ਰੁਕਿਆ ਜੀ, ਤਲਾਸ਼ੀ ਲਈ 250 ਗ੍ਰਾਮ ਪਾਊਡਰ ਬਰਾਮਦ ਹੋ ਗਿਆ। ਤੇ ਉਹਦੀ ਮਾਂ ਨੇ ਆਖਿਆ ਜੱਜ ਸਾਹਿਬ ਇੱਕ ਮੇਰੀ ਦਰਖਾਸਤ ਆ ਕਿ 5 ਮਿੰਟ ਤੁਸੀਂ ਆ ਚੱਕ ਕੇ ਵੀਡੀਓ ਦੇਖ ਲਓ ਜੀ। ਉਸ ਮਾਂ ਨੇ ਜਦੋਂ ਉਹ ਵੀਡੀਓ ਰੱਖੀ, ਉਹ CCTV ਕੈਮਰੇ ਦੀ ਰਿਕਾਰਡਿੰਗ ਸੀ। ਉਹ ਮਾਂ ਪੁੱਤ ਇੱਕ ਪੈਟਰੋਲ ਪੰਪ ਤੋਂ ਪੈਟਰੋਲ ਪਾਉਂਦੇ ਪਏ ਸੀ ਮੋਟਰਸਾਈਕਲ 'ਚ ਕਿ 2 ਸਿਪਾਹੀ ਆਏ, ਉਹਨਾਂ ਨੇ 5-7 ਉਹਦੀ ਧੌਣ 'ਚ ਘੱਤੀਆਂ ਤੇ ਉਹਨੂੰ ਬਿਠਾ ਕੇ ਮੋਟਰਸਾਈਕਲ ਤੇ ਲੈ ਜਾਂਦੇ ਆ ਤੇ ਲਿਜਾ ਕੇ ਕਹਾਣੀ ਘੜ ਦਿੱਤੀ ਆ। ਸੋ ਪੁਲਿਸ ਇਹੋ ਜਿਹਾ ਕੰਮ ਕਰਦੀ ਆ ਜੋ ਇਹਨਾਂ ਨੇ ਕੰਮ ਕੀਤਾ, ਬਹੁਤ ਸ਼ਰਮਨਾਕ ਗੱਲ ਆ। ਜੇ ਕਿਸੇ ਨੇ ਕੋਈ ਕ੍ਰਾਈਮ ਕੀਤਾ, ਕਿਸੇ ਦਾ ਕੋਈ ਦੋਸ਼ ਆ, ਉਹਨੂੰ ਬੰਦਿਆਂ ਵਾਂਗੂ ਲਿਜਾਣਾ ਚਾਹੀਦਾ। ਜਿਸ ਤਰ੍ਹਾਂ ਉਹ ਲੈ ਕੇ ਗਏ ਆ ਉਹ ਤਰੀਕਾ ਜਾਨਵਰਾਂ ਦੇ ਨਾਲ ਨਹੀਂ ਵਰਤਿਆ ਜਾਂਦਾ, ਇਹਦੀ ਨਿੰਦਿਆ ਕਰਨੀ ਚਾਹੀਦੀ ਹੈ। ਜੀ ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਆ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ